ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ इसमें प्रीत करे जो जेती बिनसन बिखे बिरथा वद तेती आस तन पाए सकारथ लावै जन मरण सो नह आवै। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤਲਵੰਡੀ ਵਿਖੇ ਪਹੁੰਚੇ ਹਨ। ਇੱਥੇ ਪੜਾਅ ਕੀਤਾ ਹੈ, ਇੱਥੇ ਰੁਕਣਾ ਕੀਤਾ। ਜਦ ਪਾਤਸ਼ਾਹ ਜੀ ਇੱਥੇ ਰੁਕ ਗਏ ਤੇ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜਿਨ੍ਹਾਂ ਨੂੰ ਜੰਗਾਂ ਦੇ ਦੌਰਾਨ ਭਾਈ ਮਨੀ ਸਿੰਘ ਜੀ ਬਚਾ ਕਰਕੇ ਦਿੱਲੀ ਵੱਲ ਲੈ ਗਏ ਸਨ, ਜਦ ਉਹਨਾਂ ਨੂੰ ਪਤਾ ਲੱਗਿਆ ਕਿ ਜੰਗਾਂ ਯੁੱਧਾਂ ਦਾ ਸਮਾਂ ਸਮਾਪਤ ਹੋ ਗਿਆ ਤੇ ਗੁਰੂ ਸਾਹਿਬ ਦਮਦਮਾ ਸਾਹਿਬ ਤਲਵੰਡੀ ਜੰਗਲ ਦੇ ਇਲਾਕੇ ਮਾਲਵੇ ਵਿੱਚ ਵਿਚਰ ਰਹੇ ਹਨ, ਤਾਂ ਇਹ ਲੈ ਕਰਕੇ ਮਾਤਾਵਾਂ ਨੂੰ ਭਾਈ ਮਨੀ ਸਿੰਘ ਜੀ ਵਾਪਸ ਆ ਗਏ। ਅਤੇ ਮਾਤਾਵਾਂ ਜਦ ਪਹੁੰਚੀਆਂ ਦੀਵਾਨ ਦੇ ਵਿੱਚ ਕੀ ਵੇਖਦੀਆਂ ਹਨ ਕਿ ਸਾਰੀ ਸੰਗਤ ਬੈਠੀ ਹੈ ਪਰ ਸੰਗਤ ਵਿੱਚ ਸਾਹਿਬਜ਼ਾਦੇ ਨਹੀਂ। ਅਤੇ ਮਾਤਾ ਸੁੰਦਰ ਕੌਰ ਜੀ ਬਰਾਹ ਕਰਨ ਲੱਗੇ, ਪੁੱਛਦੇ ਹਨ ਸਾਹਿਬਜ਼ਾਦੇ ਕਿੱਥੇ ਹੈ? ਤਾਂ ਦੱਸਿਆ ਕਿ ਉਹ ਜੰਗਾਂ ਦੇ ਵਿੱਚ ਸ਼ਹੀਦ ਹੋ ਗਏ ਹਨ। ਮਾਤਾ ਜੀ ਹੋਰੇ ਬਰਾਹ ਕਰਨ ਲੱਗੇ। ਪਾਤਸ਼ਾਹ ਜੀ ਨੇ ਅਨੇਕਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਅਤੇ ਨਾਲ ਕਿਹਾ ਇਹ ਸਰੀਰਾਂ ਦੇ ਵਿੱਚ ਇੰਨੀ ਪ੍ਰੀਤੀ ਨਹੀਂ ਕਰਨੀ ਚਾਹੀਦੀ। ਜਦੋਂ ਜੀਵਨ ਦੀ ਸਮਾਪਤੀ ਹੁੰਦੀ ਹੈ, ਜਦੋਂ ਮੌਤ ਦਾ ਸਮਾਂ ਆਉਂਦਾ, ਫਿਰ ਛੱਡਣਾ ਔਖਾ ਹੋ ਜਾਂਦਾ। ਇਸ ਕਰਕੇ ਤੁਹਾਡੇ ਪੁੱਤਰ ਤੁਹਾਡੇ ਚਾਰੇ ਸਾਹਿਬਜ਼ਾਦੇ ਤਾਂ ਉੱਥੇ ਪਹੁੰਚ ਗਏ ਹਨ ਜਿੱਥੇ ਕਿ ਜੋਗੀ ਰਿਸ਼ੀ ਮੁਨੀ ਪਹੁੰਚਣਾ ਚਾਹੁੰਦੇ ਹਨ। ਸ਼ਹੀਦਾਂ ਨੂੰ ਉੱਥੇ ਸਥਾਨ ਮਿਲਦਾ ਹੈ ਜਿਨ੍ਹਾਂ ਨੇ ਦੇਸ਼ ਔਰ ਕੌਮ ਦੇ ਵਾਸਤੇ ਸ਼ਹੀਦੀਆਂ ਪਾਈਆਂ। ਇਹੋ ਮਾਤਾ ਜੀ ਹੋਰਾਂ ਨੂੰ ਪਾਤਸ਼ਾਹ ਨੇ ਧੀਰਜ ਦਿੱਤਾ ਹੈ। ਉਸ ਤੋਂ ਬਾਅਦ ਉਹਨਾਂ ਦੇ ਕੋਲ ਭਾਈ ਡੱਲਾ ਆਉਂਦਾ ਹੈ। ਉਹ ਕੋਈ ਬੇਨਤੀ ਕਰਦਾ, ਆਓ ਇਹਨਾਂ ਵਿਚਾਰਾਂ ਨੂੰ ਅੱਗੇ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ इसमें प्रीत करे जो जेती बिनसन बिखे बिरदा बद तेती। पातशाह जी कहन लगे सुंदर कौर जी
ਇਹ ਸਰੀਰਾਂ ਦੇ ਵਿੱਚ ਜਿੰਨਾ ਕੋਈ ਮੋਹ ਕਰਦਾ ਹੈ ਓਨਾ ਹੀ ਛੱਡਣ ਵੇਲੇ ਔਖਾ ਹੁੰਦਾ ਹੈ ਜੀ। ਅਸ ਤਨ ਪਾਏ ਸਕਾਰਥ ਲਾਵੈ, ਜਨਮ ਮਰਨ ਮੈਂ ਸੋ ਨ ਆਵੈ। ਜਿਹੜੇ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਦੇਸ਼ ਔਰ ਕੌਮ ਧਰਮ ਦੇ ਬਦਲੇ ਇਸ ਜੀਵਨ ਨੂੰ ਲਾਉਂਦੇ ਹਨ, ਆਪਣਾ ਜਨਮ ਸਫਲਾ ਕਰਦੇ ਹਨ, ਉਹ ਸਦਾ ਸਦਾ ਲਈ ਜੰਮਣ ਮਰਨ ਦੇ ਚੱਕਰ ਚੋਂ ਨਿਕਲ ਜਾਂਦੇ ਹਨ, ਮੁਕਤ ਹੋ ਜਾਂਦੇ ਹਨ। ਅਤੇ ਜਹਾਂ ਆਨੰਦ ਬਿਲੰਦ ਅਨਾਸ਼ਾ, ਤਹਾਂ ਆਤਮਾ ਜਤੀਰੂ ਬਾਸਾ। ਔਰ ਉਹ ਆਤਮਾਵਾਂ, ਉਹ ਤੁਹਾਡੇ ਪੁੱਤਰ ਉੱਥੇ ਪਹੁੰਚ ਗਏ ਹਨ ਜਿੱਥੇ ਆਨੰਦ ਦਾ ਘਰ ਹੈ। ਸਦਾ ਦਿਵਾਲੀ ਸਾਧ ਕੀ ਆਠੋਂ ਪੈਰ ਆਨੰਦ, ਜਿੱਥੇ ਹਮੇਸ਼ਾ ਆਨੰਦ ਹੈ, ਜਿੱਥੇ ਕਦੇ ਵੀ ਨਾਸ਼ ਨਹੀਂ ਹੁੰਦੇ, ਮੌਤ ਨਹੀਂ ਪੈਂਦੀ, ਉਹ ਅਸਥਾਨ ਸੱਚਖੰਡ ਵਾਸਾ ਹੋ ਗਿਆ ਤੇਰੇ ਪੁੱਤਰਾਂ ਦਾ। ਚੇਤਨਾ ਸ਼ੋਕ ਕਰਨ ਤਿਸ ਹੀਤ, ਗਿਆਨ ਗਤੀ ਚਿਤ ਮੈਂ ਲਿਓ ਚੀਤ। ਇਸ ਕਰਕੇ ਇਸ ਗਿਆਨ ਦੀ ਗੱਲ ਨੂੰ ਹਿਰਦੇ ਵਿੱਚ ਵਸਾਉਣਾ ਕਰ, ਔਰ ਆਪਣੇ ਪੁੱਤਰਾਂ ਦਾ ਇਤਨਾ ਮੋਹ ਮਤ ਕਰ। ਇਹ ਸਾਰਾ ਖਾਲਸਾ ਪੰਥ ਆਪਣਾ ਹੀ ਆ। ਔਰ ਪਾਤਸ਼ਾਹ ਜੀ ਨੇ ਉਸੇ ਵੇਲੇ ਹੀ ਮਾਤਾਵਾਂ ਨੂੰ ਸੰਬੋਧਨ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਧੋਕਿਆ ਹੁਆ ਜੀਵਤ ਕਈ ਹਜ਼ਾਰ। ਇਹ ਸਾਰਾ ਖਾਲਸਾ ਪੰਥ ਆਪਣਾ ਹੀ ਆ, ਕੋਈ ਗੱਲ ਨਹੀਂ। ਤੇਰੇ ਪੁੱਤਰ ਸੱਚਖੰਡ ਵਿੱਚ ਆਪਣੇ ਦਾਦੇ ਦੇ ਕੋਲ ਪਹੁੰਚ ਗਏ ਹਨ, ਔਰ ਉਹਨਾਂ ਦੇ ਵਾਸਤੇ ਰੋਣਾ ਬਿਰਾ ਕਰਨਾ ਛੱਡ ਦਿਓ ਜੀ। ਇਤਿ ਆਦਿਕ ਕੈ ਰੁਦਤ ਹਟਾਈ, ਤੋ ਨਾ ਪੁੱਤਰ ਪ੍ਰੀਤ ਮਨ ਜਾਈ। ਇਹਨਾਂ ਸਮਝਾ ਕਰਕੇ ਸਤਿਗੁਰਾਂ ਨੇ ਮਾਤਾ ਸੁੰਦਰ ਕੌਰ ਹੋਰਾਂ ਨੂੰ ਰੋਣ ਤੋਂ ਰੋਕਣਾ ਕੀਤਾ ਹੈ, ਚੁੱਪ ਕਰਾਇਆ ਹੈ ਜੀ। ਇਤਨੇ ਮੇ ਡੱਲਾ ਚਲ ਆਇਓ, ਹੱਥ ਜੋੜ ਕਰ ਬਾਕ ਅਲਾਇਓ। ਪਰ ਮਾਂ ਤਾਂ ਮਾਂ ਹੀ ਹੈ ਦਿਲ ਦੇ ਵਿੱਚੋਂ। ਫਿਰ ਵੀ ਉਹਨਾਂ ਬੱਚਿਆਂ ਦਾ, ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਵਰਗਿਆਂ ਦਾ, ਸਾਹਿਬਜ਼ਾਦਾ ਜੁਝਾਰ ਸਿੰਘ ਵਰਗਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਖਿਆਲ ਹੈ ਉਹ ਨਹੀਂ ਨਿਕਲਦਾ। ਤੋ ਇਹ ਵਿਚਾਰਾਂ ਚੱਲ ਰਹੀਆਂ ਸਨ। ਇਤਨੇ ਸਤਿਗੁਰਾਂ ਦੇ ਕੋਲ ਹਜ਼ੂਰੀ ਵਿੱਚ ਭਰੇ ਦੀਵਾਨ ਵਿੱਚ ਭਾਈ ਡੱਲਾ ਆਇਆ ਹੈ, ਔਰ ਉਸਨੇ ਬੇਨਤੀ ਕੀਤੀ ਹੈ, ਦੇਹੋ ਆਏ ਸਭ ਇਨੇ ਗੁਸਾਈ, ਬਸੇ ਦੁਰਗ ਕੇ ਅੰਤਰ ਜਾਈ। ਔਰ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਹੁਕਮ ਦਿਓ, ਮੈਂ ਮਾਤਾਵਾਂ ਨੂੰ ਤਾਂ ਕਿਲੇ ਵਿੱਚ ਲੈ ਜਾਵਾਂ। ਸਾਧਨ ਪ੍ਰਥ ਕੇ ਨਹਿਤ ਕਿਆ ਖਾਲੀ, ਕਰੇ ਬਾਸ ਕੋ ਤਹਾਂ ਸੁਖਾਲੀ। ਔਰ ਮੈਂ ਇਹਨਾਂ ਦੇ ਲਈ ਇੱਕ ਪਾਸਿਓਂ ਘਰ ਖਾਲੀ ਕਰਵਾ ਦਿੱਤਾ ਹੈ। ਇਹਨਾਂ ਮਾਤਾਵਾਂ ਦਾ ਵਾਸਾ ਤਾਂ ਕਿਲੇ ਵਿੱਚ ਕਰ ਦਈਏ। ਚਲੋ ਫੌਜਾਂ ਤਾਂ ਗੁਰੂ ਕੀਆਂ ਨੇ ਬਾਹਰ ਤੰਬੂ ਲਾ ਲਏ ਹੈ, ਤੁਸੀਂ ਵੀ ਬਾਹਰ ਰਹਿਣਾ ਪਸੰਦ ਕਰਦੇ ਹੋ, ਪਰ ਮੈਂ ਮਾਤਾਵਾਂ ਨੂੰ ਤਾਂ ਅੰਦਰ ਲੈ ਜਾਵਾਂ ਕਿਲੇ ਦੇ। ਸੁਣ ਗੁਰ ਕਹਿਓ ਬੁਝ ਲਿਓ ਇਨ ਕੋ, ਬਸੇ ਤਹਾਂ ਜੈ ਭਾਵਤ ਮਨ ਕੋ। ਸਤਿਗੁਰੂ ਪਾਤਸ਼ਾਹ ਕਹਿੰਦੇ, ਡੱਲਾ ਜੀ ਪੁੱਛ ਲਓ ਇਹਨਾਂ ਨੂੰ ਜਿੱਥੇ ਰਹਿਣਾ ਚਾਹੁੰਦੀਆਂ ਹਨ। ਤਬ ਡੱਲਾ ਦੋਨੋਂ ਡਿੱਗ ਗਏ ਹੋ, ਹੱਥ ਜੋੜ ਕਰ ਬੋਲਤ ਪਿਓ। ਤੋ ਭਾਈ ਡੱਲਾ ਜੀ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ, ਇਹ ਦੋਨੇ ਹੀ ਮਾਤਾਵਾਂ ਬੱਚੀਆਂ। ਮਾਤਾ ਜੀਤੋ ਕੌਰ ਜੀ ਤਾਂ ਵਸਦੇ ਰਸਦੇ ਆਨੰਦਪੁਰ ਦੇ ਸਮੇਂ ਸਰੀਰ ਤੇ ਆ ਗਏ। ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਜੋਤੀ ਜੋਤ ਸਮਾ ਗਏ। ਹੁਣ ਇਹਨਾਂ ਦੋਨਾਂ ਮਾਤਾਵਾਂ ਨੂੰ ਭਾਈ ਡੱਲਾ ਹੱਥ ਬੰਨ੍ਹ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹੈ, ਚਲੋ ਮਾਤ ਜੀ ਦੁਰਗ ਕੇ ਅੰਤਰ, ਥਿਰੋ ਭਲੇ ਸੁਖ ਲੋ ਨਿਰੰਤਰ। ਔਰ ਕਹਿੰਦਾ, ਆਓ ਮਾਤਾ ਜੀ ਮੈਂ ਤੁਹਾਨੂੰ ਘਰੇ ਲੈ ਚੱਲਦਾ ਕਿਲੇ ਦੇ ਵਿੱਚ, ਤੁਹਾਡੇ ਲਈ ਸਥਾਨ ਤਿਆਰ ਕਰ ਦਿੱਤਾ ਹੈ, ਸੁੱਖ ਨਾਲ ਉੱਥੇ ਰਹਿਣਾ ਕਰੋ ਜੀ। ਹੋਰ ਕੁਟੰਬ ਸਗਲ ਕਰ ਜੋਰ ਹੈ, ਸਭ ਵਿਦ ਸੇਵੇ ਚਰਨ ਨੇ ਹੋ ਰੈ। ਔਰ ਮੇਰਾ ਜਿਹੜਾ ਪਰਿਵਾਰ ਹੈ, ਜੋ ਸਾਡੇ ਪਰਿਵਾਰ ਦੇ ਮੈਂਬਰ, ਭੈਣ, ਮਾਂ ਜਾਂ ਘਰ ਵਾਲੀਆਂ, ਇਸਤਰੀ ਵਗੈਰਾ ਹਨ, ਉਹ ਸਾਰੇ ਹੀ ਤੁਹਾਡੀ ਹਰ ਤਰ੍ਹਾਂ ਨਾਲ ਸੇਵਾ ਸੰਭਾਲ ਕਰਨਗੇ। ਜਨਮ ਸਫਲ ਹਮ ਸਭ ਕੋ ਕਰੀ ਹੈ, ਅੰਤਰ ਉਤਰੋ ਭਲੇ ਵਿਚਰੀ ਹੈ। ਆਓ ਮਾਤਾ ਜੀ ਤੁਸੀਂ ਤਾਂ ਕਿਲੇ ਦੇ ਵਿੱਚ ਚੱਲੋ, ਘਰ ਦੇ ਵਿੱਚ ਚੱਲੋ, ਤੁਸੀਂ ਅੰਦਰ ਉਤਾਰਾ ਕਰੋ, ਅੰਦਰ ਚਰਨ ਪਾਓ, ਸਾਡਾ ਵੀ ਜਨਮ ਸਫਲਾ ਹੋ ਜਾਵੇ। ਦੋਨੋਂ ਸੁਨ ਭਾਖਿਓ ਪਿਖ ਖਾਲੋ, ਪ੍ਰਭ ਕੇ ਪਗਨ ਵਿਖੇ ਹੀ ਭਲੋ। ਪਰ ਮਾਤਾਵਾਂ ਜੀ ਕਹਿੰਦੀਆਂ, ਨਹੀਂ ਭਾਈ ਡਲਿਆ, ਅਸੀਂ ਗੁਰੂ ਸਾਹਿਬ ਦੇ ਕੋਲ ਹੀ ਠੀਕ ਹਾਂ। ਚਰਨ ਸਰੋਜਨ ਵਿਚਰ ਨ ਚਾਹਤ, ਬਹੁਤ ਦਿਨ ਤੇ ਹਮ ਪਿਖੇ ਉਮਾਹਤ। ਅਸੀਂ ਬਹੁਤ ਦਿਨਾਂ ਪਿੱਛੋਂ ਇਕੱਠੇ ਹੋਏ ਹਾਂ, ਕਿਉਂਕਿ ਹਿਸਾਬ ਲਾ ਲਓ ਆਨੰਦਪੁਰ ਦਾ ਕਿਲਾ ਛੱਡਿਆ ਸੀ ਜਦੋਂ, ਸਾਰਾ ਪੋਹ ਦਾ ਮਹੀਨਾ ਲੰਘ ਗਿਆ ਹੈ, ਤੇ ਮਾਤਾਵਾਂ ਜੀ ਭਾਈ ਮਨੀ ਸਿੰਘ ਜੀ ਨਾਲ ਕਿਧਰੇ ਗੁਪਤ ਸਥਾਨ ਤੇ ਦਿੱਲੀ ਵੱਲ ਚਲੀਆਂ ਗਈਆਂ ਸਨ।
ਤਾਂ ਕਿ ਮਾਤਾਵਾਂ ਦੀ ਕੋਈ ਮੁਗਲ ਕੋਈ ਤੁਰਕ ਬੇਅਦਬੀ ਨਾ ਕਰ ਸਕੇ। ਔਰ ਅੱਜ ਅਸੀਂ ਬੜੇ ਲੰਮੇ ਸਮੇਂ ਬਾਅਦ ਮਿਲੇ ਹਾਂ, ਇਸ ਕਰਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਰਹਾਂਗੇ। ਕਿਤਕ ਫਰਕ ਕਰ ਸਿਵਰ ਉਤਾਰਾ, ਤੰਬੂ ਤਨਿਓ ਕਨਾਤ ਮਜਾਰਾ। ਔਰ ਸਤਿਗੁਰਾਂ ਦੇ ਤੰਬੂ ਤੋਂ ਥੋੜੀ ਦੂਰੀ ਦੇ ਉੱਤੇ ਮਾਤਾ ਜੀ ਹੋਰਾਂ ਦਾ ਤੰਬੂ ਲਵਾ ਦਿੱਤਾ ਹੈ, ਜਿੱਥੇ ਹੁਣ ਅਸੀਂ ਗੁਰਦੁਆਰਾ ਸਾਹਿਬ ਤਿਆਰ ਕਰ ਦਿੱਤਾ ਹੈ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਦਾ ਸ਼ੀਸ਼ ਮਹਿਲ ਦਮਦਮਾ ਸਾਹਿਬ ਤਖਤ ਸਾਹਿਬ ਦੇ ਪਿਛਲੇ ਪਾਸੇ ਉਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਉਸ ਅਸਥਾਨ ਤੇ ਮਾਤਾ ਜੀ ਹੋਰਾਂ ਦਾ ਤੰਬੂ ਲਵਾ ਦਿੱਤਾ ਹੈ ਜੀ। ਸੁਤ ਸ਼ੁਕਾਰਤ ਸੁੰਦਰੀ ਸੁੰਦਰ, ਸਹਿਬ ਦੇਵੀ ਜੁਤ ਥਿਰ ਅੰਦਰ। ਔਰ ਮਾਤਾ ਸੁੰਦਰ ਕੌਰ ਜੀ ਜਿਹੜੇ ਹਨ ਪੁੱਤਰਾਂ ਦੇ ਵਿਯੋਗ ਦੇ ਵਿੱਚ ਸ਼ੋਕ ਵਿੱਚ ਹਨ। ਮਾਤਾ ਸਾਹਿਬ ਦੇਵਾਂ ਜੀ ਵੀ ਇਹਨਾਂ ਦੇ ਕੋਲ ਹਨ। ਡੱਲਾ ਕਰ ਆਹਾਰ ਬਿਦਨਾਨਾ, ਥਾਰ ਪੁਜਾਵੇ ਪ੍ਰੀਤ ਮਹਾਨਾ। ਔਰ ਭਾਈ ਡੱਲਾ ਜੀ ਆਪਣੇ ਘਰ ਲੰਗਰ ਤਿਆਰ ਕਰਦਾ ਹੈ, ਭਾਵੇਂ ਕਿ ਬਾਹਰ ਵੀ ਸਿੰਘ ਆਪਣਾ ਲੰਗਰ ਤਿਆਰ ਕਰਦੇ ਆ। ਸਤਿਗੁਰਾਂ ਦੇ ਲਈ ਤੇ ਦੋਨਾਂ ਮਾਤਾਵਾਂ ਦੇ ਲਈ ਸਪੈਸ਼ਲ ਥਾਲ ਲਾ ਕੇ ਆ ਜਾਂਦੇ ਜੀ। ਪੰਜ ਦਿਵਸ ਇਸ ਭਾਂਤ ਬਿਤਾਏ, ਅੰਤਰ ਦੇਗ ਬਨੇ ਸਭ ਖਾਏ। ਇਸ ਤਰ੍ਹਾਂ 5 ਦਿਨ ਜਿਹੜਾ ਹੈ ਲੰਗਰ ਡੱਲੇ ਦੇ ਘਰੋਂ ਆਉਂਦਾ ਰਿਹਾ। ਦਿਵਸ ਖਸਟ ਮੈਂ ਪ੍ਰਭੂ ਫਰਮਾਇਓ, ਦੇਗ ਥਾਨ ਲਿਓ ਬਹਿਰ ਬਨਾਇਓ। ਤੇ 6ਵੇਂ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਡੱਲਿਆ ਇੰਨੀ ਕਿ ਸੇਵਾ ਬਹੁਤ ਹੈ, ਹੁਣ ਨਾ ਅਸੀਂ ਆਪਦੇ ਹਿਸਾਬ ਨਾਲ ਲੰਗਰ ਚਲਾਵਾਂਗੇ। ਇਸ ਕਰਕੇ ਲੰਗਰ ਜਿਹੜਾ ਕਿਲੇ ਤੋਂ ਬਾਹਰ ਤਿਆਰ ਕਰੋ, ਜਿੱਥੇ ਅੱਜ ਵੀ ਤਖਤ ਸਾਹਿਬ ਦੇ ਪਿਛਲੇ ਪਾਸੇ ਲੰਗਰ ਸਥਾਨ ਬਣਿਆ ਹੋਇਆ ਮਾਤਾ ਸੁੰਦਰ ਕੌਰ ਦੇ ਸ਼ੀਸ਼ ਮਹਿਲ ਦੇ ਨਾਲ। ਗੁਰਦੁਆਰਾ ਸਾਹਿਬ ਦਾ ਨਾਮ ਸ਼ੀਸ਼ ਮਹਿਲ ਹੈ। ਉਸ ਦੇ ਨਾਲ ਜੋ ਲੰਗਰ ਸਥਾਨ ਹੈ ਪਿਛਲੇ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਜਿਹੜਾ ਲੰਗਰ ਹੈ ਨਾ ਆਪਾਂ ਇੱਧਰ ਹੀ ਚਲਾਉਣਾ ਕਰੋ। ਮਨ ਡਾਲੇ ਕੋ ਕਹਿ ਸਮਝਾਵਨਾ, ਲੰਗਰ ਬਣੇ ਨਿਕਟ ਹਮ ਖਾਵਨਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਬਾਹਰ ਹੀ ਲੰਗਰ ਬਣੇਗਾ, ਅਸੀਂ ਅੱਜ ਤੋਂ ਬਾਅਦ ਲੰਗਰ ਵਿੱਚੋਂ ਹੀ ਭੋਜਨ ਛਕਾਂਗੇ। ਕਨੋ ਪਾਓ ਹਮਨੇ ਤੁਬ ਦੇਖਾ, ਸਭ ਬਦਨੀ ਕੀ ਸੇਵ ਵਸ਼ੇਖਾ। ਕੋਈ ਗੱਲ ਨਹੀਂ, ਬਹੁਤ ਚੰਗੀ ਤੂੰ ਸੇਵਾ ਕੀਤੀ ਪਿਛਲੇ 5-7 ਦਿਨਾਂ ਤੋਂ, ਧੰਨਵਾਦ ਤੇਰਾ। ਤੇਰੀ ਭਾਵਨਾ ਸਾਨੂੰ ਪ੍ਰਵਾਨ ਹੈ, ਖੁਸ਼ ਹਾਂ ਅਸੀਂ ਤੇਰੇ ਤੇ, ਫਿਕਰ ਨਾ ਕਰ। ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਖੁੱਲਾ ਲੰਗਰ ਬਾਹਰ ਹੀ ਚੱਲੇ, ਅਸੀਂ ਵੀ ਲੰਗਰ ਚੋਂ ਹੀ ਛਕਾਂਗੇ। ਸੁਨ ਡਲੀ ਕਰ ਜੋ ਰੁਚਾਰਾ, ਮੋਹਿ ਕੁਟੰਬ ਸਮਝਾਵੇ ਸਾਰਾ। ਕੁਟੰਬ ਸਮਾਜ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਡੱਲਾ ਕਹਿਣ ਲੱਗਿਆ ਜੀ ਮੇਰਾ ਸਾਰਾ ਪਰਿਵਾਰ, ਮੇਰਾ ਸਾਰਾ ਸਾਜੋ ਸਮਾਨ, ਮੇਰਾ ਕਿਲਾ, ਮੇਰੀਆਂ ਦੁਰਗ ਤੇਨ ਹੈ ਮਹਿਕ ਉਦਾਰਾ, ਕਰ ਬਾਹਰ ਸਭ ਅਹੇ ਤੁਮਾਰਾ। ਮੇਰਾ ਕਿਲਾ, ਮੇਰੀਆਂ ਗਊਆਂ ਮੱਝਾਂ, ਮੇਰਾ ਸਾਰਾ ਸਾਜੋ ਸਮਾਨ, ਇਹ ਮੈਂ ਸਭ ਜੀ ਨੂੰ ਆਪ ਜੀ ਨੂੰ ਭੇਟ ਕਰਦਾ ਹਾਂ। ਇਹ ਸਭ ਤੁਹਾਡਾ ਹੀ ਹੈ ਮਹਾਰਾਜ, ਘੋੜੇ ਹਾਥੀ ਸਭ। ਜਥਾ ਸਕਤ ਮੈਂ ਦੇਗ ਬਨੇ ਹੋ, ਲਿਹੋ ਸ਼ਰਧਾ ਪਿਕ ਜਬ ਲੱਗਦਾ ਹੋ। ਔਰ ਜਥਾ ਸ਼ਕਤ ਜਿੰਨਾ ਚਿਰ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਲੰਗਰ ਵਿੱਚੋਂ ਮੈਥੋਂ ਹਿੱਸਾ ਪਾਇਆ ਜਾਵੇਗਾ, ਮੈਂ ਜ਼ਰੂਰ ਪਾਵਾਂਗਾ ਜੀ। ਘਰ ਮੈਂ ਅਨ ਆਪ ਕੋ ਸਾਰਾ, ਕਰੋ ਸਿੰਘਨ ਸਹਿਤ ਆਹਾਰਾ। ਔਰ ਮੇਰੇ ਘਰ ਵਿੱਚ ਜੋ ਕਣਕ ਹੋਰ ਅਨੇਕਾਂ ਤਰ੍ਹਾਂ ਦੀਆਂ ਫਸਲਾਂ ਪਈਆਂ ਹਨ ਜੋ ਭੋਜਨ ਤਿਆਰ ਕਰਨ ਵਾਸਤੇ, ਕਿਉਂਕਿ ਪੁਰਾਣੇ ਸਮਿਆਂ ਵਿੱਚ ਜਿਹੜੀ ਫਸਲ ਬੀਜੀ ਜਾਂਦੀ ਸੀ ਜ਼ਿਆਦਾਤਰ ਘਰੇ ਹੀ ਰੱਖੀ ਜਾਂਦੀ ਸੀ ਆਪਦੇ ਖਾਣ ਪੀਣ ਵਾਸਤੇ। ਤੋ ਜਿਹੜਾ ਘਰ ਦੇ ਵਿੱਚ ਧਨ ਧਾਨ ਜੋ ਵੀ ਹੈ ਮਹਾਰਾਜ ਰਾਸ਼ਨ ਆਦਿ, ਇਹ ਸਾਰਾ ਮੈਂ ਲੰਗਰ ਵਿੱਚ ਪਾ ਦੇਵਾਂਗਾ ਔਰ ਸਿੰਘ ਲੰਗਰ ਛਕਦੇ ਰਹਿਣਗੇ ਜੀ। ਮਨ ਗੁਰ ਭਾਖਿਓ ਖੁਸ਼ੀ ਹਮਾਰੀ, ਬਨੇ ਦੇਗ ਬਾਹਰ ਅਬਸਾਰੀ। ਠੀਕ ਹੈ, ਸਾਡੀ ਖੁਸ਼ੀ ਹੈ ਡੱਲਿਆ, ਜਿਵੇਂ ਮਰਜ਼ੀ ਕਰ ਲੈ, ਪਰ ਲੰਗਰ ਤਾਂ ਉਹ ਲੰਗਰ 'ਚ ਹੀ ਚੱਲੂਗਾ। ਹੁਣ ਅਸੀਂ ਅਲੱਗ ਨਹੀਂ ਤਿਆਰ ਕਰਨਾ, ਤੇਰੇ ਘਰੋਂ ਤਿਆਰ ਹੋ ਕੇ ਨਾ ਆਵੇ, ਉੱਥੇ ਬਾਹਰ ਜਿੱਥੇ ਸਿੰਘ ਲੰਗਰ ਤਿਆਰ ਕਰਦੇ ਆ ਉਸੇ ਲੰਗਰ 'ਚ ਹੀ ਰਾਸ਼ਨ ਪਾ ਲਾ। ਸਾਡੀ ਖੁਸ਼ੀ ਹੈ ਤੇਰੇ ਤੇ ਬਹੁਤ, ਪਰ ਲੰਗਰ ਹੁਣ ਬਾਹਰ ਹੀ ਬਣੇਗਾ। ਤੇਰੋ ਭਾਵ ਇਸ ਬਿਦ ਹੈ, ਪ੍ਰੇਮ ਸਮੇਤ ਸਾਚ ਹੀ ਕਹੈ। ਤੇਰੀ ਭਾਵਨਾ ਵੀ ਪ੍ਰਵਾਨ ਹੈ, ਤੇਰਾ ਪ੍ਰੇਮ ਵੀ ਪ੍ਰਵਾਨ ਹੈ, ਸੱਚ ਹੈ, ਕੋਈ ਗੱਲ ਨਹੀਂ। ਪਰ ਲੰਗਰ ਹੁਣ ਇੱਕੋ ਹੀ ਚੱਲੇਗਾ, ਕਿਉਂਕਿ ਗੁਰੂ ਘਰ ਦੇ ਵਿੱਚ ਇਹ ਦੁਬਿਧਾ ਨਹੀਂ ਕੀਤੀ ਜਾ ਸਕਦੀ ਵੀ ਡੱਲਾ ਜਿਹੜਾ ਘਰੇ ਬਣਾ ਕੇ ਲਿਆਵੇ ਗੁਰੂ ਸਾਹਿਬ ਵਾਸਤੇ ਤੇ ਸੰਗਤ ਵਾਸਤੇ ਬਾਹਰ ਬਣੇ। ਦੇਖੋ ਪਾਤਸ਼ਾਹ ਕਿੰਨੀ ਲੰਬੀ ਸੋਚਦੇ ਆ। ਕੋਈ ਸਤਨਾਮ, ਲੰਗਰ ਇੱਕੋ ਹੀ ਬਣੇਗਾ, ਬਾਹਰ ਬਣੇਗਾ, ਖੁੱਲੇ ਥਾਂ ਤੇ ਬਣੇਗਾ। ਸਾਰੇ ਜਿਹੜੇ ਹਨ ਉਹ
ਇੱਥੋਂ ਹੀ ਲੰਗਰ ਛਕਣਗੇ, ਅਸੀਂ ਵੀ ਇੱਥੋਂ ਹੀ ਲੰਗਰ ਛਕਾਂਗੇ। ਲਾਗੀ ਬਦਨ ਦੇਗ ਬੜ ਬਾਹਰ, ਅਜੇ ਸਿੰਘ ਅਰ ਛੁਦਤ ਸੋ ਜਾਹਰ। ਹੁਣ ਗੁਰੂ ਕਾ ਲੰਗਰ ਬਾਹਰ ਚੱਲਣ ਲੱਗਿਆ ਖੁੱਲਾ, ਔਰ ਗੁਰੂ ਪਿਆਰੋ ਸਿੱਖ ਸੰਗਤਾਂ, ਗੁਰੂ ਕੀਆਂ ਫੌਜਾਂ ਤੇ ਹੋਰ ਵੀ ਜੋ ਕੋਈ ਲੋੜਵੰਦ ਆਉਂਦਾ ਲੰਗਰ ਦਾ ਭੁੱਖਾ ਤੇ ਆਇਆ, ਉਹ ਵੀ ਇੱਥੋਂ ਛਕਦਾ ਹੈ। ਸਭ ਬੈਰਾੜ ਚਾਕਰੀ ਪਾਵੈ, ਨਿਜ ਨਿਜ ਭੋਜਨ ਕਰੇ ਸੁਖਾਵੈ। ਤੇ ਦੂਜੇ ਪਾਸੇ ਜਿਹੜੇ ਬਰਾੜ ਫੌਜਾਂ ਹਨ, ਕਹਿਣ ਲੱਗੇ ਉਹ ਫੌਜਾਂ ਸਤਿਗੁਰਾਂ ਤੋਂ ਤਨਖਾਹ ਲੈਂਦੀਆਂ, ਚਾਕਰੀ ਲੈਂਦੀਆਂ, ਨੌਕਰੀ ਲੈਂਦੀਆਂ, ਔਰ ਭੋਜਨ ਆਪਣਾ ਆਪ ਤਿਆਰ ਕਰਕੇ ਖਾਂਦੇ ਆ। ਕੇਤਕ ਦਿਨ ਸਰੀਤ ਬਿਤਾਏ, ਪੁਨ ਢੱਲਾ ਕਰ ਜੋਰ ਅਲਾਏ। ਤੇ ਇੱਕ ਦਿਨ ਕਈ ਦਿਨਾਂ ਦੇ ਬਾਅਦ ਭਾਈ ਡੱਲੇ ਨੇ ਆ ਕੇ ਬੇਨਤੀ ਕੀਤੀ ਆ, ਸਿੰਘਨ ਸਹਿਤ ਸਕਲ ਬੈਰਾੜ, ਕਰੋ ਆਪ ਹਿਤ ਤਿਆਰ ਆਹਾਰ। ਕਈ ਦਿਨਾਂ ਬਾਅਦ ਭਾਈ ਡੱਲਾ ਕਹਿਣ ਲੱਗਿਆ, ਮਹਾਰਾਜ ਮੈਂ ਤੁਹਾਡੇ ਸਿੰਘਾਂ ਵਾਸਤੇ, ਬਰਾੜਾਂ ਵਾਸਤੇ ਅਤੇ ਤੁਹਾਡੇ ਵਾਸਤੇ ਭੋਜਨ ਤਿਆਰ ਕਰਵਾਵਾਂਗਾ। ਅੰਤਰ ਪਾਵਨ ਪਾਵਨ ਕਰੋ, ਪਾਵਨ ਸਦਨ ਸਰਬ ਹੀ ਧਰੋ। ਭਾਵ ਅੱਜ ਉਹ ਕਹਿੰਦਾ ਤੁਸੀਂ ਮੇਰੇ ਘਰ ਚਰਨ ਪਾਓ, ਪਵਿੱਤਰ ਚਰਨ ਪਾ ਕੇ ਧਿਆਨ ਦਿਓ, ਮੇਰੇ ਕਿਲੇ ਨੂੰ ਪਵਿੱਤਰ ਕਰੋ। ਤੇ ਅੱਜ ਮੈਂ ਨਿਉਂਦਾ ਦਿਨਾ ਸਾਰਿਆਂ ਨੂੰ। ਡੱਲਾ ਜੀ ਕਹਿਣ ਲੱਗੇ, ਅੱਜ ਮੈਂ ਨਿਉਂਦਾ ਦਿੰਦਾ ਹਾਂ ਸਾਰਿਆਂ ਨੂੰ, ਤੁਹਾਡੇ ਸਾਰੇ ਸਿੰਘ ਬਰਾੜ ਅਤੇ ਆਪ ਜੀ ਅੰਦਰ ਚਰਨ ਪਾਓ ਘਰ ਵਿੱਚ, ਤੇ ਅੱਜ ਦਾ ਭੋਜਨ ਜਿਹੜਾ ਸਾਰਾ ਆਪ ਜੀ ਦੀਆਂ ਸੰਗਤਾਂ ਕਿਲੇ ਵੀ ਚੱਲ ਕੇ ਛਕਣ। ਇਮ ਕਹਿ ਕਰ ਬਹੁ ਭਾਤਨ ਤਿਆਰਾ, ਕਰਵਾਇਸ ਬਰ ਸਵਾਦ ਆਹਾਰਾ। ਇੰਨਾ ਕਹਿ ਕੇ ਭਾਈ ਡੱਲਾ ਜੀ ਨੂੰ ਪਾਤਸ਼ਾਹ ਨੇ ਆਗਿਆ ਦੇ ਦਿੱਤੀ, ਠੀਕ ਹੈ ਭਾਈ ਚੱਲਾਂਗੇ ਤੇਰੇ ਘਰ ਵੀ। ਤੇ ਡੱਲੇ ਨੇ ਆਪਣੇ ਘਰ ਵਿੱਚ ਲੰਗਰ ਤਿਆਰ ਕਰਵਾਇਆ 36 ਪ੍ਰਕਾਰ ਦਾ। ਮਾਤਰ ਸੰਗਤ ਪ੍ਰੇਮ ਤੇ ਕਰਿਓ, ਬ੍ਰਿੰਦ ਨਰਨ ਮਿਲ ਤਿਆਰ ਸੋ ਧਰਿਓ। ਮਧੁਰ ਸਨਿਗਧ, ਸਨਿਗਧ ਹੁੰਦਾ ਘਿਓ ਦੇ ਨਾਲ ਕੱਚ, ਦੇਸੀ ਘਿਓ ਦੇ ਵਿੱਚ ਮਿੱਠੇ ਲੂਣ ਵਾਲੇ ਤਰਕਾਰੀਆਂ, ਸਬਜ਼ੀਆਂ, ਖੀਰਾ, ਕੜਾਹ ਆਦਿ 36 ਪ੍ਰਕਾਰ ਦੇ ਭੋਜਨ ਡੱਲੇ ਨੇ ਆਪਣੇ ਘਰ ਵਿੱਚ ਤਿਆਰ ਕੀਤੇ ਹਨ। ਬਿਨੇ ਬਖਾਨ ਗਿਓ ਲੈ ਅੰਤਰ, ਪੰਗਤ ਗਨ ਬਿਠਾਏ ਨਿਰੰਤਰ। ਔਰ ਜਿਸ ਵੇਲੇ ਭੋਜਨ ਤਿਆਰ ਹੋ ਗਿਆ, ਭਾਈ ਡੱਲਾ ਜੀ ਪ੍ਰੀਤਮ ਕੋਲ ਆਏ ਨਾ, ਔਰ ਆ ਕਰਕੇ ਹੱਥ ਬੰਨ ਕੇ ਬੇਨਤੀ ਸਹਿਤ, ਨਿਮਰਤਾ ਸਹਿਤ ਕਹਿੰਦੇ, ਆਓ ਮਹਾਰਾਜ ਭੋਜਨ ਤਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕਿਲੇ ਵਿੱਚ ਅੱਜ ਲੈ ਕੇ ਗਿਆ ਬੇਨਤੀ ਕਰਕੇ, ਔਰ ਸਿੱਖ ਸੰਗਤਾਂ ਵੀ ਗਈਆਂ, ਸਭ ਦੀਆਂ ਪੰਗਤਾਂ ਲੱਗੀਆਂ ਹਨ। ਸਤਿਗੁਰ ਹਿਤ ਚੌਂਕੀ ਦਸਵਾਈ, ਸਵੇਤ ਸੁਜਨ ਤੇ ਉਪਰ ਛਾਈ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਸਤੇ ਇੱਕ ਚੌਂਕੀ ਪਲੰਗਾ ਢਾਹਿਆ ਗਿਆ ਹੈ, ਉੱਪਰ ਚਿੱਟੀਆਂ ਚਾਦਰਾਂ ਵਿਛਾਉਣੀਆਂ ਕੀਤੀਆਂ ਹਨ। ਸਭ ਕੇ ਵਿੱਚ ਥਿਰੇ ਗੋਸਾਈ, ਜੁਗ ਮਾਤਨ ਕਰ ਵਿਖੇ ਬਿਠਾਈ। ਔਰ ਸਤਿਗੁਰੂ ਪਾਤਸ਼ਾਹ ਜੀ ਪਲੰਗੇ ਤੇ ਬੈਠੇ ਹਨ, ਦੋਨੇ ਸਤਿਗੁਰਾਂ ਦੇ ਮਹਿਲ ਵੀ ਉਹਨਾਂ ਦੇ ਕੋਲ ਬੈਠੇ ਹਨ। ਔਰ ਗੁਰੂ ਕੀਆਂ ਜਿਹੜੀਆਂ ਫੌਜਾਂ ਹਨ, ਸਿੱਖ ਸੰਗਤਾਂ ਹਨ, ਉਹਨਾਂ ਦੀਆਂ ਇੱਦਾਂ ਪੰਗਤਾਂ ਲੱਗੀਆਂ ਹੋਈਆਂ ਹਨ, ਸਾਰਿਆਂ ਦੇ ਲਈ ਭੋਜਨ ਆਉਣ ਲੱਗਿਆ ਹੈ। ਸਹਿਤ ਬੈਰਾੜ ਸਿੰਘ ਬਿਠਾਏ, ਸਭ ਕੇ ਹਿਤ ਆਹਾਰ ਗਨ ਲਿਆਏ। ਔਰ ਇੱਕ ਪਾਸੇ ਬਰਾੜਾਂ ਅਤੇ ਸਿੰਘਾਂ ਦੀਆਂ ਪੰਗਤਾਂ ਲੱਗ ਗਈਆਂ, ਭੋਜਨ ਲਾਂਗਰੀ ਵਰਤਾਉਣ ਲੱਗੇ ਜੀ। ਭਲੀ ਰੀਤ ਤੇ ਪੁਰਸਨ ਲਾਗੇ, ਥਾਲ ਵਿਸਾਲ ਕਿਰਪਾਲ ਸੁਆਗੇ। ਬਹੁਤ ਵਧੀਆ ਢੰਗ ਦੇ ਨਾਲ ਪਰੋਸਣਾ ਸ਼ੁਰੂ ਕੀਤਾ ਭੋਜਨ। ਗੁਰੂ ਪਿਆਰਿਓ ਪ੍ਰੀਹਿਆਂ ਨੇ, ਲਾਂਗਰੀਆਂ ਨੇ ਸਤਿਗੁਰਾਂ ਨੂੰ, ਸਿੰਘਾਂ ਨੂੰ ਛਕਾਉਣਾ ਸ਼ੁਰੂ ਕੀਤਾ ਹੈ। ਮੈਂ ਅੰਤਰ ਜੁਗ ਥਾਲ ਪੁਚਾਏ, ਦਾਸੀ ਬ੍ਰਿੰਦਨ ਲੈ ਕਰ ਖਾਏ। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਹਜੂਰ ਵੀ ਮਾਤਾਵਾਂ ਦੇ ਕੋਲ ਦਾਸੀਆਂ ਨੇ, ਸੇਵਕਾਵਾਂ ਨੇ, ਬੀਬੀਆਂ ਨੇ ਥਾਲ ਲੈ ਕੇ ਜਾਣਾ ਕੀਤਾ। ਮਾਤਾਵਾਂ ਨੇ ਵੀ ਭੋਜਨ ਛਕਣਾ ਕੀਤਾ ਹੈ। ਜਥਾ ਜੋਗ ਸਭ ਕੋ ਤ੍ਰਿਪਤਾਇਓ, ਖੜੇ ਹੋਏ ਕਰ ਚੂਰਾ ਪਠਾਇਓ। ਜਥਾ ਜੋਗ ਸਭ ਨੇ ਭੋਜਨ ਛਕਿਆ, ਫਿਰ ਖੜੇ ਹੋ ਕੇ ਚੂਲਾ ਪੜ੍ਹਨਾ। ਚੂਲਾ ਪੜ੍ਹਨ ਦਾ ਮਤਲਬ ਹੁੰਦਾ ਅਰਦਾਸ ਕਰਨੀ। ਫਿਰ ਸਭ ਨੇ ਕਹਿੰਦੇ ਭੋਜਨ ਛਕ ਕੇ ਅਰਦਾਸ ਕੀਤੇ ਹੈ। ਏਕੋ ਤਰੰਗ ਬਹੁ ਮੋਲ ਦੁਸ਼ਾਲਾ, ਭੇਟ ਰਾਇਤ ਪਨ ਸ਼ਤ ਤਿਸ ਕਾਲਾ। ਭਾਈ ਡੱਲਾ ਜੀ ਨੇ ਆਪਣੇ ਘਰੋਂ ਉਸ ਵੇਲੇ ਇੱਕ ਘੋੜਾ
ਇੱਕ ਕੀਮਤੀ ਦੁਸ਼ਾਲਾ ਅਤੇ ਕੁਝ ਚਾਂਦੀ ਦੇ ਰੁਪਈਏ ਭੇਟ ਕੀਤੇ ਹਨ। ਤੇ ਕਰ ਪ੍ਰਭ ਕੋ ਗਰੀਬ ਨਿਵਾਈ ਖੁਸ਼ੀ ਲੀਨ ਆਨੰਦ ਮਨ ਪਾਏ। 100 ਚਾਂਦੀ ਦਾ ਰੁਪਈਆ ਸਤਿਗੁਰੂ ਜੀ ਨੂੰ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਹੈ ਔਰ ਭੇਟਾ ਦੇ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ। ਸਤਿਗੁਰਾਂ ਨੇ ਖੁਸ਼ੀ ਬਖਸ਼ੀ, ਆਨੰਦ ਮਿਲਿਆ ਹੈ ਜੀ। ਤਵੈ ਮਾਤਾ ਕੋ ਤੇਵਰ ਦੋਏ ਬਨੇ ਬਹੁਤ ਤਨ ਲਾਗੇ ਜੋਏ। ਔਰ ਦੋਨੇ ਮਾਤਾਵਾਂ ਦੇ ਲਈ ਤੇਵਰ ਤਿਆਰ ਕੀਤੇ ਆ। ਤੇਵਰ ਕੀ ਹੁੰਦੇ ਆ? ਇਸਤਰੀਆਂ ਦੇ ਪਾਉਣ ਵਾਲੇ ਪੂਰੇ ਕੱਪੜੇ, ਸਿਰ ਤੋਂ ਲੈ ਕੇ ਪੈਰਾਂ ਤੱਕ, ਉਹਨੂੰ ਤੇਵਰ ਕਹਿੰਦੇ ਹਨ, ਜਿਹੜੇ ਕਿ ਬੜੇ ਕੀਮਤੀ ਭਾਈ ਡੱਲੇ ਨੇ ਮਾਤਾਵਾਂ ਜੀ ਦੇ ਆਉਣ ਤੋਂ ਬਾਅਦ ਤਿਆਰ ਕਰਵਾਏ ਆ ਸਪੈਸ਼ਲ। ਉਹ ਕੀਮਤੀ ਵਸਤਰ ਦੋਨਾਂ ਮਾਤਾਵਾਂ ਨੂੰ ਵੀ ਭੇਟ ਕੀਤੇ ਹਨ। ਤੀਏ 50 ਰਾਇਤ ਬਣ ਤਬੈ ਭੈ ਪ੍ਰਸੰਨ ਅਚਵ ਕਰ ਸਬੈ। ਔਰ ਮਾਤਾਵਾਂ ਜੀ ਨੂੰ ਵੀ ਇਹਨਾਂ ਨੇ 50 ਰੁਪਏ ਚਾਂਦੀ ਦੇ ਮੱਥਾ ਟੇਕਿਆ ਹੈ ਔਰ ਸਭ ਨੇ ਬੜੀਆਂ ਖੁਸ਼ੀਆਂ ਬਖਸ਼ੀਆਂ ਜੀ। ਉਤ ਸਤਿਗੁਰ ਪਹੁੰਚੇ ਨਿਜ ਡੇਰੇ ਸਿੰਘ ਬਿਰਾੜ ਸਕਲ ਤਿਸ ਬੇਰੇ। ਇਉਂ ਸਤਿਗੁਰੂ ਪਾਤਸ਼ਾਹ ਖੁਸ਼ੀ ਬਖਸ਼ ਕੇ ਭਾਈ ਡੱਲੇ ਦੇ ਘਰੋਂ ਸੰਗਤਾਂ ਸਮੇਤ ਭੋਜਨ ਛਕ ਕੇ ਵਾਪਸ ਆਪਣੇ ਡੇਰੇ ਭਾਵ ਤੰਬੂਆਂ ਵਿੱਚ ਆ ਗਏ। ਬਰਾੜ ਜਿਹੜੇ ਹਨ ਉਹ ਆਪਣੇ ਤੰਬੂਆਂ ਵੱਲ ਚਲੇ ਗਏ। ਪਡਲੇ ਕਹੋ ਬਹੁ ਭਾਤ ਸਰਾਹਾ ਸੇਵ ਗੁਰੂ ਕੀ ਕਰਨੋ ਮਹਾ। ਔਰ ਸਾਰੀਆਂ ਸਿੱਖ ਸੰਗਤਾਂ ਨੇ, ਬਰਾੜਾਂ ਨੇ, ਸਿੰਘਾਂ ਨੇ ਭਾਈ ਡੱਲੇ ਦੀ ਬੜੀ ਸਿਫਤ ਸਲਾਹ ਕੀਤੀ ਆ ਕਿ ਕਿਸ ਤਰ੍ਹਾਂ ਭਾਈ ਡੱਲੇ ਨੇ ਸਤਿਗੁਰਾਂ ਦੀ ਸੇਵਾ ਕੀਤੀ। ਬੜੀ ਸ਼ਰਧਾ ਦੇ ਨਾਲ ਸਾਰੇ ਸ਼ਲਾਘਾ ਕਰਦੇ ਹਨ। ਦੋਹਰਾ ਇਸੇ ਰੀਤ ਪ੍ਰਭ ਜੀ ਬਸੇ ਲਰਨ ਹੰਗਾਮਾ ਛੋਰ। ਇਉਂ ਹੁਣ ਸਤਿਗੁਰੂ ਪਾਤਸ਼ਾਹ ਜੀ ਦਮਦਮਾ ਸਾਹਿਬ ਸ਼ਾਂਤੀ ਦੇ ਨਾਲ ਵਸਣ ਲੱਗੇ। ਹੁਣ ਲੜਾਈਆਂ ਖਤਮ ਹੋ ਗਈਆਂ, ਉਧਰ ਔਰੰਗਜ਼ੇਬ ਖਤਮ ਹੋ ਗਿਆ ਜਫਰਨਾਮਾ ਪੜ੍ਹ ਕੇ, ਉਸ ਦੀ ਮੌਤ ਹੋ ਗਈ ਹੈ, ਉਹ ਸਰੀਰ ਤਿਆਗ ਗਿਆ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਜੰਗਾਂ ਯੁੱਧਾਂ ਤੋਂ ਹੁਣ ਵਿਹਲੇ ਹੋਏ ਨਾ ਔਰ ਸ਼ਾਂਤੀ ਨਾਲ ਦਮਦਮਾ ਸਾਹਿਬ ਤਲਵੰਡੀ ਵਸਣ ਲੱਗੇ। ਕਮਰ ਕਸਾ ਖੋਲਿਓ ਥਿਰੇ ਸੁਖ ਕੋਲੇ ਸਭ ਔਰ ਕਮ ਕਸਾ ਖੋਲ ਦਿੱਤਾ ਹੈ, ਭਾਵ ਜੰਗ ਦਾ ਖਿਆਲ ਛੱਡ ਦਿੱਤਾ ਹੈ। ਕਮਰ ਕਸਾ ਤਾਂ ਰੋਜ਼ ਹੀ ਕਰਦੇ ਆ, ਰੋਜ਼ ਹੀ ਖੋਲਦੇ ਆ। ਇੱਥੇ ਕਮਰ ਕਸਾ ਖੋਲਣ ਦਾ ਮਤਲਬ ਜੰਗਾਂ ਯੁੱਧਾਂ ਦਾ ਖਿਆਲ ਛੱਡ ਦਿੱਤਾ ਹੈ। ਚੌਪਈ ਨਾਮ ਦਮਦਮਾ ਤਿਸ ਕੋ ਧਰਿਓ ਭੈ ਨਿਚਿੰਤ ਰਿਪਨ ਬਲ ਹਰਿਓ। ਔਰ ਦੁਸ਼ਮਣ ਜਿਹੜਾ ਹਾਰ ਚੁੱਕਿਆ ਹੈ, ਦੁਸ਼ਮਣ ਹਾਰ ਚੁੱਕਿਆ, ਗੁਰੂ ਸਾਹਿਬ ਨੂੰ ਕੋਈ ਫੜ ਨਹੀਂ ਸਕਿਆ, ਕੋਈ ਸ਼ਹੀਦ ਨਹੀਂ ਕਰ ਸਕਿਆ, ਬੜਾ ਜ਼ੋਰ ਲਾਇਆ। ਸ਼੍ਰੀ ਅਨੰਦਪੁਰ ਸਾਹਿਬ ਨੂੰ ਵੀ 7-8 ਮਹੀਨੇ ਘੇਰਾ ਪਾ ਕੇ ਰੱਖਿਆ, ਪਿੱਛਾ ਕੀਤਾ ਮਾਛੀਵਾੜਾ, ਚਮਕੌਰ ਸਾਹਿਬ, ਮੁਕਤਸਰ ਸਾਹਿਬ ਤੱਕ। ਪਰ ਸਤਿਗੁਰੂ ਪਾਤਸ਼ਾਹ ਸਭ ਨੂੰ ਨੇਸ ਤੋਂ ਨਬੂਤ ਕਰਦੇ ਹੋਏ, ਇਹਨਾਂ ਦੁਸ਼ਟਾਂ ਨੂੰ ਹਰਾਉਂਦੇ ਹੋਏ ਫਿਰ ਉਹਨਾਂ ਤੋਂ ਨਿਕਲਦੇ ਰਹੇ। ਤੇ ਹੁਣ ਦਮਦਮਾ ਸਾਹਿਬ ਪਹੁੰਚੇ ਤੇ ਇੱਧਰ ਭਾਈ ਦਇਆ ਸਿੰਘ ਜੀ ਜਫਰਨਾਮਾ ਲੈ ਕੇ ਗਏ ਸੀ, ਉਹ ਜਫਰਨਾਮਾ ਦੇ ਕੇ ਵਾਪਸ ਆ ਗਏ। ਜਦ ਉਸ ਦੀ ਲੜਕੀ ਨੇ ਪੜ੍ਹ ਕੇ ਸੁਣਾਇਆ ਤੇ ਹੈਫ ਕਰਨ ਲੱਗਿਆ, ਭਾਵ ਪਛਤਾਤਾਪ ਕਰਨ ਲੱਗਿਆ, ਪਛਤਾਵਾ ਕਰਨ ਲੱਗਿਆ ਕਿ ਮੈਥੋਂ ਜ਼ਿੰਦਗੀ ਵੀ ਚੰਗਾ ਕੰਮ ਨਹੀਂ ਹੋਇਆ। ਮੈਨੂੰ ਰਾਜ ਭਾਗ ਦਾ ਸਮਾਂ ਮਿਲਿਆ, ਜਨਤਾ ਨੂੰ ਸੁੱਖ ਦੇਣ ਦਾ ਸਮਾਂ ਮਿਲਿਆ ਮਾਤਾ, ਪਰ ਮੈਂ ਤਾਂ ਤਵੱਸਵੀ ਬਣਿਆ ਰਿਹਾ ਵੀ ਸਾਰਿਆਂ ਨੂੰ ਮੁਸਲਮਾਨ ਬਣਾ ਕੇ ਖਣੀ, ਅੱਲਾ ਮੇਰੇ ਤੇ ਬਾਹਲਾ ਖੁਸ਼ ਹੋ ਜਾਵੇਗਾ। ਕਹੋ ਸਤਨਾਮ। ਔਰ ਉਸ ਜਫਰਨਾਮੇ ਦੇ ਵਿੱਚ ਪਾਤਸ਼ਾਹ ਨੇ ਬੜੀ ਉਸ ਨੂੰ ਲਾਹਨਤਾਂ ਪਾਈਆਂ, ਤਾਨੇ ਮਾਰੇ, ਔਰ ਤੂੰ ਜਿਹੜਾ ਹੈ ਆਪਣੀ ਜ਼ਿੰਦਗੀ 'ਚੋਂ ਵੀ ਹੱਥ ਧੋ ਕੇ ਜਾ ਰਿਹਾ ਹੈ ਔਰ ਤਪੱਸਿਆ ਜਿਹੜੀ ਕੀਤੀ ਉਹ ਵੀ ਖਤਮ ਕਰਕੇ ਜਾ ਰਿਹਾ ਹੈ। ਔਰ ਸਾਡੇ ਕੋਲੇ ਤਪੱਸਿਆ ਵੀ ਬਰਕਰਾਰ ਹੈ, ਸਾਡੀ ਜ਼ਿੰਦਗੀ ਵੀ ਸਫਲ ਹੋਈ ਆ, ਅਸੀਂ ਜਿੱਤ ਗਏ ਆ। ਕੀ ਹੋ ਗਿਆ ਜੇ ਸਾਡੇ ਸ਼ੇਰ ਦੇ 4 ਬੱਚਿਆਂ ਨੂੰ ਤੁਸੀਂ ਸ਼ਹੀਦ ਕਰ ਦਿੱਤਾ ਹੈ, ਹਜੇ ਤਾਂ ਮੇਰਾ ਖਾਲਸਾ ਪੰਥ ਜਿਉਂਦਾ ਹੈ। ਕਹੋ ਸਤਨਾਮ। ਉਹ ਹਿਸਾਬ ਕਿਤਾਬ ਕਰੂਗਾ। ਕੁੰਡਲੀਆ ਸ਼ਮਸ਼ੇਰ ਖਾਲਸਾ ਹਜੇ ਨਹੀਂ ਮਰਿਆ। ਇਹ ਖਾਲਸਾ ਪੰਥ ਦਾ ਜਨਮ ਦਿਨ ਤਾਂ ਹੈ, ਪ੍ਰਕਾਸ਼ ਦਿਹਾੜਾ ਹੈ, ਵਿਸਾਖੀ ਦੇ ਦਿਹਾੜੇ ਤੇ, ਪਰ ਖਾਲਸਾ ਪੰਥ ਦਾ ਖਾਤਮੇ ਵਾਲਾ ਕੋਈ ਦਿਨ ਨਹੀਂ ਆਵੇਗਾ। ਕਹੋ ਸਤਨਾਮ। ਇਹ ਖਾਲਸਾ ਪ੍ਰਗਟਿਓ, ਇਹ ਪ੍ਰਗਟ ਹੋਇਆ, ਇਹ ਜੰਮਿਆ ਨਹੀਂ, ਇਹਨੂੰ ਪ੍ਰਗਟ ਕੀਤਾ ਹੈ। ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ ਖਾਲਸਾ, ਪਰ ਬ੍ਰਹਮ ਕੀ ਫੌਜ ਖਾਲਸਾ ਪ੍ਰਗਟ ਹੋਇਆ ਹੈ। ਤੇ ਜੋ ਪ੍ਰਗਟ ਹੋਇਆ ਉਹ ਕਦੇ ਜਾਂਦਾ ਨਹੀਂ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਹੁਣ ਆਨੰਦ ਦੇ ਨਾਲ ਇਸ ਇਲਾਕੇ ਵਿੱਚ ਵਿਚਰਨ ਲੱਗੇ।
ਦੁਸ਼ਮਣ ਹਾਰ ਚੁੱਕਿਆ ਹੈ। ਅਸਰੀ ਸੁਧ ਸਭ ਦੇਸ਼ ਵਿਦੇਸ਼ ਆਵਣ ਸੰਗਤ ਲੱਗੀ ਹਮੇਸ਼। ਤੇ ਜਦੋਂ ਮੇਰੇ ਪ੍ਰੀਤਮ ਜੀ ਦਮਦਮਾ ਸਾਹਿਬ ਤਲਵੰਡੀ ਵਿਖੇ ਵਸਣ ਲੱਗੇ ਤੇ ਖਬਰਾਂ ਆਸੇ-ਪਾਸੇ ਦੂਰ ਤੱਕ ਫੈਲ ਗਈਆਂ ਤਾਂ ਸਿੱਖ ਸੰਗਤਾਂ ਆ ਕੇ ਦਰਸ਼ਨ ਕਰਨ ਲੱਗੀਆਂ ਜੀ। ਅਰਪ ਪੂਰਨ ਦਰਸ਼ਨ ਕਰੈ ਮਨੋ ਕਾਮਨਾ ਪੂਰਨ ਕਰੈ। ਬੇਅੰਤ ਭੇਟਾਵਾਂ ਹੁਣ ਸਿੱਖ ਸੰਗਤਾਂ ਪਹਿਲਾਂ ਦੀ ਤਰ੍ਹਾਂ ਲਿਆ ਕੇ ਭੇਟ ਕਰਦੀਆਂ ਹਨ, ਦਰਸ਼ਨ ਕਰਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਦੀਆਂ ਹਨ। ਲੱਗੇ ਦੀਵਾਨ ਸ਼ਬਦ ਕੋ ਗਾਵੈ ਪ੍ਰੇਮੀ ਸਿੰਘ ਹਜ਼ਾਰੋ ਆਵੈ। ਔਰ ਮੇਰੇ ਪ੍ਰੀਤਮ ਦੇ ਦੀਵਾਨ ਸਜਦੇ ਹਨ, ਸ਼ਬਦ ਕੀਰਤਨ ਹੁੰਦੇ ਹਨ, ਕਥਾ ਵਾਰਤਾ ਸਤਿਗੁਰੂ ਸੁਣਾਉਂਦੇ ਹੈ। ਬੇਅੰਤ ਸਤਿਗੁਰਾਂ ਦੇ ਪ੍ਰੇਮ ਕਰਨ ਵਾਲੇ ਸਿੱਖ ਸੰਗਤਾਂ ਰੋਜ਼ ਨਿਤ ਨਵੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਣ ਲੱਗੀਆਂ। ਸ੍ਰੀ ਪ੍ਰਭ ਚੜ ਅਖੀਰ ਕੋ ਚਾਲੇ ਸੰਗੀ ਸਿੰਘ ਅਰੁੜਤ ਜਾਲੇ। ਔਰ ਇਸ ਇਲਾਕੇ ਵਿੱਚ ਵੀ ਜੰਗਲ ਦੇ ਇਲਾਕੇ ਵਿੱਚ ਇਹ ਸਾਡਾ ਜੰਗਲ ਦਾ ਇਲਾਕਾ ਸੀ, ਜਿਸ ਨੂੰ ਸਭ ਤੋਂ ਪਹਿਲਾਂ ਮਾਲਵਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਐਸ ਕਿਲੇ ਵਿੱਚ ਆ ਕੇ, ਬਠਿੰਡੇ ਵਾਲੇ ਕਿਲੇ 'ਚ ਆ ਕੇ ਕੀ ਕਿਹਾ, ਜਦੋਂ ਇੱਥੋਂ ਦਿਓ ਨੂੰ ਕੱਢਿਆ ਤੂੰ ਇੱਥੋਂ ਹੁਣ ਚਲੇ ਆ ਜਾ, ਤੂੰ ਸਾਡੇ ਇਸ ਦੇਸ਼ ਨੂੰ ਖਰਾਬ ਕਰਦਾ, ਲੋਕਾਂ ਦੇ ਘਰ ਢਾਉਂ ਦਿੰਦਾ, ਲੋਕਾਂ ਦੇ ਪਸ਼ੂ ਖਾ ਜਾਂਦਾ, ਬੰਦਿਆਂ ਦਾ ਨੁਕਸਾਨ ਕਰ ਦਿੰਦਾ, ਤੂੰ ਚਲੇ ਆ ਜਾ। ਕਹਿੰਦਾ ਮੈਂ ਕਿੱਧਰ ਜਾਵਾਂ, ਮੈਨੂੰ ਭੁੱਖ ਲੱਗਦੀ ਹੈ, ਮੇਰੀ ਭੁੱਖ ਨਹੀਂ ਮਿਟਦੀ। ਪਾਤਸ਼ਾਹ ਕਹਿੰਦੇ ਆ ਝੋਟਾ ਵੱਢਿਆ ਪਿਆ, ਖਾਲਾ ਜਿੰਨਾ ਖਾਣਾ, ਜਿਹੜਾ ਨੱਤ ਵਗੈਰਾ ਝੋਟਾ ਲਿਆਂਦਾ ਸੀ ਇੱਥੇ ਕਿਲੇ 'ਚ, ਆਹ ਖਾਲਾ ਜਿਹੜਾ ਖਾਣਾ ਤੇ ਚਲੇ ਆ ਜਾ। ਮੈਂ ਹੁਣ ਕਿੱਧਰ ਜਾਵਾਂ, ਤੂੰ ਜਾ ਹੁਣ ਸਰਹੰਦ। ਇਹ ਸਾਡਾ ਮਾਲਵਾ ਹੈ। ਇਹ ਜੰਗਲ ਨੂੰ ਪਹਿਲੇ ਦਿਨ ਬਾਬੇ ਗੁਰੂ ਗੋਬਿੰਦ ਸਿੰਘ ਨੇ ਮਾਲਵਾ ਕਿਹਾ ਸੀ। ਇਹ ਸਾਡਾ ਮਾਲਵਾ ਹੈ, ਅਸੀਂ ਇਹਨੂੰ ਮਾਲੋ ਮਾਲ ਕਰਨਾ। ਮਾਲਵੇ ਦਾ ਅਰਥ ਮਾਲੋ ਮਾਲ। ਜਿੱਥੇ ਪਹਿਲਾਂ ਲੋਕ ਬੇਰੀਆਂ ਦੇ ਬੇਰ ਖਾ ਕੇ, ਕਰੀਰਾਂ ਦੇ ਡੇਲੇ ਖਾ ਕੇ, ਮਲਿਆਂ ਦੇ ਬੇਰ ਖਾ ਕੇ ਸਮਾਂ ਲੰਘਾਉਂਦੇ ਸੀਗੇ, ਜਾਂ ਸੌਣ ਭਾਦੋਂ ਦੇ ਮੀਂਹਾਂ ਦੇ ਉੱਤੇ ਮਾੜੀ ਮੋਟੀ ਮੋਠ ਬਾਜਰੀ ਹੁੰਦੀ ਸੀ, ਉਹ ਖਾ ਕੇ ਸਮਾਂ ਲੰਘਾਉਂਦੇ ਸੀ। ਔਰ ਫਿਰ ਬਠਿੰਡੇ ਵਾਲੀ ਸੰਗਤ ਨੇ ਕਿਹਾ ਸੀ ਮਹਾਰਾਜ ਸਾਡੇ ਕੋਈ ਫਸਲ ਨਹੀਂ ਹੁੰਦੀ, ਸਾਡੇ ਪਾਣੀ ਨਹੀਂ ਆਉਂਦੇ, ਸਾਡੇ ਕਾਲ ਪੈ ਜਾਂਦੇ ਆ, ਸਾਡੇ ਕੋਈ ਨਹਿਰਾਂ ਨਹੀਂ ਹੈਗੀਆਂ, ਲੰਬਾ ਸਮਾਂ ਮੀਂਹ ਨਹੀਂ ਪੈਂਦਾ। ਪਾਤਸ਼ਾਹ ਕਹਿੰਦੇ ਇੱਥੇ ਤਾਂ ਫਲ ਫਰੂਟਾਂ ਦੇ ਬਾਗ ਲੱਗਿਆ ਕਰਨਗੇ, ਫਸਲਾਂ ਦੀ ਕੀ ਗੱਲ ਕਰਦੇ ਹੋ, ਕਣਕਾਂ ਵੀ ਹੋਣਗੀਆਂ, ਇੱਥੇ ਨਹਿਰਾਂ ਵੀ ਆਉਣਗੀਆਂ ਔਰ ਬਾਗ ਲੱਗਣਗੇ। ਤੇ ਅੱਜ ਸਤਿਗੁਰ ਦੇ ਬਚਨ ਸੱਤ ਅਸੀਂ ਦੇਖ ਰਹੇ ਹਾਂ, ਇਸ ਇਲਾਕੇ 'ਚ ਬਾਗ ਲੱਗ ਰਹੇ ਹਨ। ਕਹੋ ਸਤਿਨਾਮ। ਪਾਣੀ ਦੀ ਕਿਹੜੀ ਗੱਲ ਕਰਦੇ ਆ, ਹੁਣ ਤਾਂ ਚੌਲਾਂ 'ਤੇ ਵਾਧੂ ਪਾਣੀ ਵਰਤਿਆ ਜਾਂਦਾ, ਕਣਕਾਂ ਵੀ ਹੁੰਦੀਆਂ, ਸਾਰੀਆਂ ਫਸਲਾਂ ਹੁੰਦੀਆਂ। ਮੇਰੇ ਪ੍ਰੀਤਮ ਦੀਆਂ ਇਹ ਬਖਸ਼ਾਂ ਹਨ ਇਸ ਇਲਾਕੇ ਵਿੱਚ ਜੋ ਮਿਲੀਆਂ। ਔਰ ਸਤਿਗੁਰੂ ਪਾਤਸ਼ਾਹ ਇਸ ਮਾਲਵੇ ਦੇ ਵਿੱਚ ਵਿਚਰਦੇ ਹਨ। ਜੰਗਲ ਦੇ ਵਿੱਚ ਹੁਣ ਸ਼ਿਕਾਰ ਖੇਡਣ ਲਈ ਜਾਂਦੇ ਆ, ਨਾਲ ਸਿੰਘ ਵੀ ਜਾਂਦੇ ਹਨ। ਸ੍ਰੀ ਪ੍ਰਭ ਚੜ ਅਖੀਰ ਕੋ ਚਾਲੇ ਸੰਗੀ ਸਿੰਘ ਅਰੁੜਤ ਜਾਲੇ। ਔਰ ਇੱਕ ਦਿਨ ਦੀ ਗੱਲ ਹੈ, ਮੇਰੇ ਪ੍ਰੀਤਮ ਜੀ ਜਾ ਰਹੇ ਹਨ ਸ਼ਿਕਾਰ ਖੇਡਣ ਦੇ ਲਈ, ਨਾਲ ਫੌਜਾਂ ਹਨ। ਜਬ ਡੇਰੇ ਤੇ ਨਿਕਸਨ ਲਾਗੇ ਕਹਿਓ ਸਾਦੇ ਕੇ ਇਸਤਰੀ ਆਗੇ। ਔਰ ਜਿਸ ਵੇਲੇ ਗੁਰੂ ਪਾਤਸ਼ਾਹ ਦਮਦਮਾ ਸਾਹਿਬ ਤੋਂ ਬਾਹਰ ਨਿਕਲਣ ਲੱਗੇ ਨਾ ਡੇਰੇ 'ਚੋਂ, ਤੇ ਸਤਿਗੁਰਾਂ ਦੇ ਸਾਹਮਣੇ ਇੱਕ ਇਸਤਰੀ ਆਈ ਹੈ ਤੇ ਉਹਨੇ ਸੱਦ ਕਰੀ। ਸੱਦ ਕਹਿੰਦੇ ਆ ਗਾ ਕੇ ਸੁਣਾਉਣ ਨੂੰ, ਜਿਵੇਂ ਗੁਰੂ ਅਮਰਦਾਸ ਜੀ ਨੇ ਸੱਦ ਰਚੀ ਆ। ਔਰ ਉਸੇ ਤਰ੍ਹਾਂ ਹੀ ਇਹ ਸੱਦ ਭਾਵ ਕੁਛ ਕਿਹਾ। ਕੀ ਕਿਹਾ? ਬਿਨੇ ਕਰੇਂਦੀ ਵੋ ਸਤਿਗੁਰੂ ਗੋਬਿੰਦ ਸਿੰਘ ਆਗੇ ਸੋਹਣੀ ਦਾੜੀ ਬੀਬੀ ਪਾਗੇ। ਹਾਂ, ਗਾ ਕੇ ਕਹਿੰਦੀ ਆ ਬਿਨੇ ਕਰੇਂਦੀ ਸਤਿਗੁਰੂ ਗੋਬਿੰਦ ਸਿੰਘ ਅੱਗੇ ਸੋਹਣੀ ਦਾੜੀ ਬੀਬੀ ਪੱਗੇ ਸੁੰਦਰ ਦਸਤਾਰ ਹੈ, ਸੋਹਣਾ ਦਾੜਾ ਹੈ। ਗੁਰੂ ਗੋਬਿੰਦ ਸਿੰਘ ਤੇਰੇ ਅੱਗੇ ਬੇਨਤੀ ਕਰਦੀ ਹਾਂ। ਗੋਤ ਵੜਾਏ ਚ ਪਿੰਡ ਹੈ ਚੱਬੇ ਖਾਲੀ ਚਲੀ ਜੇ ਇੱਕ ਫਲ ਲੱਗੇ। ਔਰ ਸਾਡਾ ਗੋਤ ਵੜਾਏ ਚ ਹੈ, ਪਿੰਡ ਮੇਰਾ ਚੱਬਾ ਹੈ, ਮੈਂ ਜਹਾਨੋਂ ਖਾਲੀ ਜਾ ਰਹੀ ਹਾਂ। ਸੁਨ ਸਾਹਿਬ ਤਿਸ ਕੀ ਦਿਸ਼ਹੀਰ ਮੁਸਕਾਨੇ ਭਾਖਿਓ ਕੋ ਫੇਰ। ਸਤਿਗੁਰੂ ਪਾਤਸ਼ਾਹ ਜੀ ਇਹਦੀ ਇਹ ਕਵਿਤਾ, ਛੋਟੀ ਜੀ ਕਵਿਤਾ 2-4 ਪੰਕਤੀਆਂ ਦੀ ਸੁਣ ਕੇ ਨਾ ਖੁਸ਼ ਹੋਏ ਤੇ ਖੜ ਗਏ, ਹੱਸ ਪਏ। ਕਹਿੰਦੇ ਬੀਬੀ ਫੇਰ ਗਾਈ। ਕੀ ਕਿਹਾ? ਇਸਤਰੀ ਸੁਨ ਕਰ ਬਹੁ ਚਾਰਾ ਪੂਰਬ ਗਾਵਿਓ ਜਿਸੀ ਪ੍ਰਕਾਰਾ। ਦੁਬਾਰਾ ਫੇਰ ਕਹਿੰਦੀ ਆ ਬਿਨੇ ਕਰੇਂਦੀ ਵਿਓ ਵੋ। ਆਪਣੇ ਮਾਲ ਵਿੱਚ ਵੇ ਸ਼ਬਦ ਵਰਤੇ ਜਾਂਦੇ, ਪਹਿਲਾਂ ਵੋ ਸ਼ਬਦ ਵਰਤੇ ਸੀ, ਉਹ ਮੁੜ ਕੇ ਵੇ ਹੋ ਗਿਆ। ਵੋ ਦਾ ਮਤਲਬ ਵੇ ਇੱਕੋ ਹੀ ਅਰਥ ਆ। ਸਤਿਗੁਰੂ ਗੋਬਿੰਦ ਸਿੰਘ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ, ਸੋਹਣੀ ਦਾੜੀ ਸੁੰਦਰ ਦਾੜਾ ਬੀਬੀ ਪੱਗੇ ਸੋਹਣੀ ਦਸਤਾਰ। ਗੋਇਤ ਵਡਾਏ ਚ ਪਿੰਡ ਹੈ ਚੱਬੇ ਖਾਲੀ ਚੱਲੀ।
ਜੇ ਇੱਕ ਫਲ ਲੱਗੇ ਭਾ ਪੁੱਤਰ ਨਹੀਂ ਹੈ ਮੇਰੇ। ऊंचे प्रभु कहाँ ते आई, कौन देश किम ग्राम बसाई। ਸਤਿਗੁਰੂ ਪਾਤਸ਼ਾਹ ਕਹਿੰਦੇ ਬੀਬੀ ਕਿੱਥੋਂ ਆਈਆਂ, ਕਿਹੜਾ ਇਲਾਕਾ ਦੇਸ਼ ਹੈ ਤੇਰਾ, ਕਿਹੜੇ ਪਿੰਡ ਵਿੱਚ ਵਸਦੀ ਹੈ। गुरु गरीब निवाज सुनीचै, चब्बा माझे देश जनीचै। ਔਰ ਬੀਬੀ ਕਹਿਣ ਲੱਗੀ ਮਹਾਰਾਜ ਮੇਰਾ ਇਲਾਕਾ ਹੈ ਮਾਝੇ ਵਿੱਚ ਚੱਬਾ। श्री अमृतसर दखण पासे, 3 कोस पर ग्राम सुबासे। ਅੰਮ੍ਰਿਤਸਰ ਦੇ ਵਿੱਚ ਖੱਬੇ ਪਾਸੇ ਨੂੰ 3 ਕੋਹ ਤੇ ਪਿੰਡ ਹੈ। कहते मैं आई तेरा तरयासा, जाचन पुत्र आपके पासा। ਉੱਥੋਂ ਚੱਲ ਕੇ ਆਈਆਂ ਮਹਾਰਾਜ ਜਹਾਨੋਂ ਖਾਲੀ ਜਾ ਰਹੀਆਂ, ਮੇਰੇ ਬੱਚਾ ਨਹੀਂ ਹੈ। बैठे सभा ना मांग्यो गयो, सत बिके तुम सन कह दियो। ਔਰ ਸਭਾ ਦੇ ਵਿੱਚ ਮਹਾਰਾਜ ਮੈਨੂੰ ਥੋੜੀ ਜੀ ਔਖਾ ਹੋਇਆ ਕਹਿਣਾ ਸੰਗਤ ਦੇ ਵਿੱਚ, ਤੇ ਹੁਣ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ, ਆ ਸੱਦ ਰਾਹੀਂ ਤੁਹਾਨੂੰ ਬੇਨਤੀ ਸੁਣਾਈ ਹੈ। दूर पंथ ते मैं चले आई, परो कामना शरण तकाई। ਔਰ ਬੜੇ ਲੰਮੇ ਪੈਂਡਾ ਕਰਕੇ ਤੁਹਾਡੇ ਚਰਨਾਂ ਵਿੱਚ ਆਈਆਂ, मेरी कामना इच्छा पूरी करो जी। सुन प्रभ हुक्म दास को कहो, मासर कलम आन अब चयो। ਤੇ ਪਾਤਸ਼ਾਹ ਜੀ ਕਿਧਰੇ ਜਾ ਰਹੇ ਸੀ ਸ਼ਿਕਾਰ ਖੇਡਣ ਲਈ, ਕਹਿੰਦੇ ਘੋੜੇ ਤੇ ਬੈਠੇ ਹੋਏ ਤੇ ਸੇਵਕ ਨੂੰ ਕਹਿੰਦੇ ਬਈ ਸ਼ਾਹੀ ਤੇ ਕਲਮ ਲੈ ਕੇ ਆ। ਲਿਆਇਓ ਤੁਰਤ ਗੁਰੂ ਲਿਖ ਦੀਨਾ, ਸਿੱਖ ਨੇ ਦੇ ਬੇਹਿਤ ਕਰ ਲੀਨਾ। ਔਰ ਸਤਿਗੁਰਾਂ ਨੂੰ ਲਿਆ ਕਰਕੇ ਸਿੱਖ ਨੇ ਕਾਗਜ਼ ਅਤੇ ਕਲਮ ਸ਼ਾਹੀ ਫੜਾ ਦਿੱਤੀ ਹੈ। ਗੁਰ ਬੋਲੇ ਇੱਕ ਸੁਤ ਤੋਹਿ ਦੇਹੋ, ਕਾਗਦ ਪਿਕਤ ਸਿੱਖ ਲਖ ਲਿਓ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਲਿਖ ਕੇ ਕਹਿ ਦਿੱਤਾ ਭਾਈ ਜਾ ਤੈਨੂੰ ਇੱਕ ਪੁੱਤਰ ਦਿੱਤਾ। ਤੇ ਜਦ ਸਿੱਖ ਨੇ ਉਹ ਕਾਗਜ਼ ਦੇਖਿਆ, ਮਹਾਰਾਜੇ ਸਾਤਾ ਪਿਓ, ਮੁਕਤੇ ਕੋ ਇੱਕ ਸੁਤ ਦਿਓ। ਕਹਿੰਦੇ ਸਿੱਖ ਨੇ ਵੇਖਿਆ ਕਾਗਜ਼। ਸਤਿਗੁਰੂ ਨੇ ਪਾਤਸ਼ਾਹ ਜੀ ਪਹਿਲਾਂ ਨਾ ਬਕਾਇਦਾ ਕਾਪੀਆਂ ਲਾਇਆ ਕਰਦੇ ਸੀ, ਬਈਆਂ ਵਗੈਰਾ, ਜੋ ਐਕਟੀਵਿਟੀ ਸਤਿਗੁਰਾਂ ਦੀ ਹੁੰਦੀ ਨਾਲ ਦੇ ਸਿੰਘ ਲਿਖਿਆ ਕਰਦੇ ਸੀਗੇ। ਮੈਂ ਤੁਹਾਨੂੰ ਉਹ ਕਹਾਣੀ ਇੱਕ ਛੋਟੀ ਜਿਹੀ ਸੁਣਾਵਾਂਗੇ, ਇਸ ਵਿਸ਼ੇ ਤੇ ਹੋਰ ਹੈ। ਕਹਿੰਦੇ ਸਤਿਗੁਰਾਂ ਨੇ ਕਿਹਾ ਵੀ ਇੱਕ ਪੁੱਤਰ ਤੈਨੂੰ ਦਿੱਤਾ। ਸਿੱਖ ਨੇ ਉਹ ਕਾਪੀ ਪੜ੍ਹ ਕੇ ਦੇਖੀ, ਕਹਿੰਦਾ ਜੀ ਉੱਤੇ ਪਾਇਆ ਤਾਂ 7 ਹੈ, ਤੁਸੀਂ ਕਹੀ ਜਿੰਨੇ ਉਹ ਇੱਕ ਦਿੱਤਾ ਹੈ। ਸੁਨ ਪ੍ਰਭ ਕਹਿਓ ਸਪਤ ਹੀ ਹੋਏ, ਆਏ ਦੂਰ ਤੇ ਜਾਚੋ ਮੋਏ। ਅੱਛਾ 7 ਪੈ ਗਿਆ, ਚੱਲ 7 ਹੋ ਜਾਣਗੇ, ਦੂਰੋਂ ਆਈ ਹੈ। ਤੇ ਕਾਗਦ ਇਸਤਰੀ ਹਰਕਾਈ, ਕਰ ਬੰਧਨ ਕੋ ਸਦਨ ਸਿਧਾਈ। ਔਰ ਕਹਿੰਦੇ ਦੇ ਦਿਓ ਕਾਗਜ਼ ਇਸੇ ਨੂੰ, ਇਹਦੇ 7 ਪੁੱਤਰ ਹੋਣਗੇ। ਮੈਂ ਦੂਜੀ ਬਚਨ ਸਾਂਝੀ ਕਰਾਂ ਤੁਹਾਡੇ ਨਾਲ। ਇੱਕ ਵਾਰ ਨਾ ਇੱਕ ਪਤੀ ਪਤਨੀ ਦੋਨੇ ਜਣੇ ਆਏ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਨੰਦਪੁਰ ਸਾਹਿਬ। ਕਹਿੰਦੇ ਉਹਨਾਂ ਨੇ ਦੋਨਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰੋ, ਸਾਡੇ ਕੋਈ ਬੱਚਾ ਨਹੀਂ ਹੈਗਾ, ਪੁੱਤਰ ਦੀ ਦਾਤ ਬਖਸ਼ੋ। ਤੇ ਸਤਿਗੁਰੂ ਜੀ ਮੁਸਕਰਾਉਂਦੇ ਹੋਏ ਹੱਸਦੇ ਹੋਏ ਕਹਿੰਦੇ ਸਿੱਖਾ ਇਧਰ 2 ਉਂਗਲਾਂ ਕਰਤੀਆਂ, ਪਿੱਛੇ ਲਿਖਾਰੀ ਕੰਨੀ, ਤੇ ਉਹਨਾਂ ਨੂੰ ਕਹਿੰਦੇ ਤੁਹਾਡੇ ਤਾਂ ਭਾਈ ਭਾਗਾਂ 'ਚ ਹੈ ਹੀ ਨਹੀਂ, ਕਹੋ ਸਤਨਾਮ ਸ੍ਰੀ। ਉਹਨਾਂ ਨੂੰ ਮੁਸਕਰਾਉਂਦੇ ਹੋਏ ਕਹਿੰਦੇ ਭਾਈ ਤੁਹਾਡੇ ਤਾਂ ਭਾਗਾਂ 'ਚ ਪੁੱਤਰ ਹੈ ਹੀ ਨਹੀਂ। ਲਿਖਾਰੀ ਕੰਨੀ 2 ਉਂਗਲਾਂ ਕਰਤੀਆਂ। ਲਿਖਾਰੀ ਨੇ ਗੁਪਤ ਲਿਖ ਲਿਆ ਕਾਪੀ ਵਿੱਚ ਵੀ ਪਾਤਸ਼ਾਹ ਨੇ 2 ਬੱਤਰਾਂ ਦੀ ਦਾਤ ਦੇਤੀ ਇਹਨਾਂ ਨੂੰ, ਪਰ ਉਹਨਾਂ ਨੂੰ ਕਹਿਤਾ ਤੁਹਾਡੇ ਭਾਗਾਂ 'ਚ ਹੈ ਨਹੀਂ। ਜਦੋਂ ਪਾਤਸ਼ਾਹ ਨੇ ਕਿਹਾ ਤੁਹਾਡੇ ਭਾਗਾਂ 'ਚ ਹੈ ਨਹੀਂ, ਉਹ ਕਹਿੰਦੇ ਪਾਤਸ਼ਾਹ ਇਹ ਗੱਲ ਤਾਂ ਸਾਰਿਆਂ ਨੇ ਕਹੀ ਹੈ, ਜਿੱਥੇ ਵੀ ਜਾਂਦੇ ਆ ਉੱਥੇ ਹੀ ਇਹੀ ਗੱਲ ਆਉਂਦੀ ਹੈ, ਤੁਹਾਡੇ ਭਾਗਾਂ 'ਚ ਹੈ ਨਹੀਂ। ਹੁਣ ਇਦੋਂ ਉੱਤੇ ਹੋਰ ਕੋਈ ਥਾਂ ਨਹੀਂ, ਅਸੀਂ ਕਿੱਧਰ ਜਾਈਏ? ਕਹਿੰਦੇ ਭਾਈ ਦੇਖ ਲਓ। ਘਰ ਚਲੇ ਗਏ। ਜਦੋਂ ਘਰ ਚਲੇ ਗਏ ਨਾ ਤੇ ਉਹ ਗੁਆਂਢਣਾਂ ਪੁੱਛਦੀਆਂ, ਕੁੜੇ ਤੂੰ ਆਨੰਦਪੁਰ ਵਾਲੇ ਬਾਬੇ ਕੋਲੇ ਗਈ ਸੀ, ਕੀ ਬਣਿਆ? ਕਹਿੰਦੀ ਭੈਣੇ ਉਹ ਬਾਬਾ ਵੀ ਕਹਿੰਦਾ ਤੁਹਾਡੇ ਭਾਗਾਂ 'ਚ ਲਿਖਿਆ ਹੀ ਨਹੀਂ ਹੈਗਾ, ਕਹੋ ਸਤਨਾਮ ਸ੍ਰੀ। ਉਹ ਲਿਖਾਰੀ ਨੇ ਲਿਖਤੇ 2, ਪਾਤਸ਼ਾਹ ਨੇ ਉਧਰ 2 ਉਂਗਲਾਂ ਕਰਤੀਆਂ। ਉਹਨਾਂ ਨੂੰ ਕਹਿੰਦੇ ਲਿਖਿਆ ਨਹੀਂ ਹੈਗਾ। ਉਹ ਤੁਹਾਨੂੰ ਪਤਾ ਬੀਬੀਆਂ ਕਿਸੇ ਨਾ ਕਿਸੇ ਨੂੰ ਜਾਣਦੀਆਂ ਹੀ ਹੁੰਦੀਆਂ। ਉਹ ਬੀਬੀ ਗੁਆਂਢਣ ਕਹਿਣ ਲੱਗੇ ਕੁੜੇ ਮੇਰੇ ਨਾਲ ਚੱਲੀ, ਆਪਾਂ ਲਾਲਾ ਵਾਲੇ ਦੀ ਭਰ ਕੇ ਆਵਾਂਗੇ ਚੌਂਕੀ, ਸ਼ਾਇਦ ਉੱਥੋਂ ਖੈਰ ਪੈ ਜੇ। ਤੇ ਉਹ ਬੀਬੀ ਕਿਤੇ ਉਹਨੂੰ ਪ੍ਰੇਰ ਕੇ ਲੈ ਗਈ ਉੱਥੇ। ਤੇ ਜਦੋਂ ਉੱਥੇ ਗਈ ਤੇ ਚੌਂਕੀ ਭਰ ਕੇ ਮੁੜ ਆਈਆਂ ਆਪਦੀ ਬੇਨਤੀ ਕਰਕੇ। ਸਾਲ ਬਾਅਦ 2 ਪੁੱਤਰ ਹੋ ਗਏ ਉਹਨਾਂ ਦੇ। ਹੁਣ ਉਹ ਜਿਹੜੀ ਬੀਬੀ ਸੀ ਜਿਹਦੇ ਕੁੱਖੋਂ 2 ਬੱਚੇ ਹੋਏ ਆ, ਉਹ ਘਰ ਵਾਲੇ ਨੂੰ ਲੜਦੀ ਆ,
ਦੇਖਿਆ, ਕਿਉਂਕਿ ਸੀ ਤਾਂ ਗੁਰਸਿੱਖ ਹੀ, ਪਰ ਬੀਬੀ ਦੀ ਸ਼ਰਧਾ ਥੋੜ੍ਹੀ ਘੱਟ ਸੀ, ਬੰਦੇ ਦੀ ਵੱਧ ਸੀ। ਉਹ ਬੀਬੀ ਕਹੇ ਕਿ ਮੈਂ ਗਈ ਸੀ ਬਾਬੇ ਕੋਲੇ, ਬਾਬੇ ਨੇ ਜਵਾਬ ਤਾਂ ਕਹਿੰਦੇ ਲਿਖਿਆ ਨਹੀਂ ਹੈਗਾ, ਤੇ ਆਹ 2 ਕਿਵੇਂ ਹੋ ਗਏ? ਮੈਂ ਲਾਲਾ ਵਾਲੇ ਕੋਲੇ ਗਈ ਸੀ ਮਲੇਰਕੋਟਲੇ, ਉੱਥੋਂ ਹੋ ਗਏ। ਘਰੇ ਜਦੋਂ ਕਿਸੇ ਗੱਲ ਤੇ ਲੜਾਈ ਹੋਣੀ, ਬੀਬੀ ਨੇ ਤਾਨਾ ਮਾਰਨਾ। ਤੇ ਜਦੋਂ ਚੱਲਦੇ ਆ ਕਰਦੇ ਆ, ਬੱਚੇ 4-5 ਸਾਲ ਦੇ ਹੋ ਗਏ, ਜੋੜੇ ਹੋਏ ਦੋਨੇ ਬੱਚੇ 4-5 ਸਾਲ ਦੇ ਹੋ ਗਏ। ਤੇ ਉਹ ਸਿੱਖ ਇੱਕ ਦਿਨ ਕਹਿਣ ਲੱਗਿਆ ਉਦਮ ਜਿਹਾ ਕਰਕੇ, ਚੱਲ ਕਹਿੰਦੇ ਬਾਬੇ ਨੂੰ ਮਿਲ ਕੇ ਆਉਣੇ ਆ, ਨਾਲੇ ਪੁੱਛ ਕੇ ਆਵਾਂਗੇ ਵੀ ਤੁਸੀਂ ਜਵਾਬ ਦੇਤਾ ਸੀ ਤੇ ਇਹ ਕਿਵੇਂ ਹੋ ਗਏ। ਕਹਿੰਦੀ ਚੱਲ। ਦੋਨੇ ਜਣੇ ਚੱਲ ਪਏ। ਆਹ ਸਰਸਾ ਨਦੀ ਜਿੱਥੋਂ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਪਿਆ, ਚੱਲਦੇ ਚੱਲਦੇ ਉੱਥੇ ਪਹੁੰਚ ਗਏ। ਤੇ ਰਾਤ ਪੈ ਗਈ ਇਸ ਨਦੀ ਕੋਲੇ, ਤੇ ਇੱਥੇ ਇਹਨਾਂ ਨੇ ਰਾਤ ਕੱਟੀ। ਤੇ ਤੜਕੇ ਜਦੋਂ ਉੱਠ ਕੇ ਤੁਰਨ ਲੱਗੇ ਨਾ, ਉਦੋਂ ਤੁਰ ਕੇ ਆਉਂਦੇ ਸੀਗੇ। ਤੇ ਉਹ ਬੀਬੀ ਸਮਾਨ ਸੰਭਾਲਣ ਲੱਗ ਪਈ। ਉਹ ਸਿੰਘ ਕਹਿਣ ਲੱਗਿਆ ਚਲੋ ਮੈਂ ਉੱਥੇ ਇਸ਼ਨਾਨ ਕਰਿਆਵਾਂ ਨਦੀ ਤੇ, ਨਾਲੇ ਬੱਚਿਆਂ ਨੂੰ ਨਵਾ ਲਿਆਵਾਂ, ਤੇ ਫਿਰ ਆਪਾਂ ਗਾਹਾਂ ਚੱਲਦੇ ਹਾਂ। ਤੇ ਜਿਸ ਵੇਲੇ ਇਸ਼ਨਾਨ ਕਰਨ ਵਾਸਤੇ ਨਦੀ ਦੇ ਪੱਤਣ ਤੇ ਖੜੇ, ਤੇ ਗੁਰਸਿੱਖ ਹਰ ਕੰਮ ਵੇਲੇ ਫਤਿਹ ਬੁਲਾਉਂਦਾ, ਪ੍ਰਸ਼ਾਦਾ ਛਕਣ ਵੇਲੇ ਵੀ, ਇਸ਼ਨਾਨ ਕਰਨ ਵੇਲੇ ਵੀ ਗੁਰੂ ਨੂੰ ਯਾਦ ਕਰਦਾ। ਇਹਨੇ ਕਹਿੰਦੇ ਵਿੱਚ ਖੜ ਕੇ ਪੱਤਣ ਦੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੱਥ ਜੋੜੇ ਤਿੰਨਾਂ ਨੇ। ਉਹ ਛੱਲ ਐਸੀ ਆਈ, ਦੋਨੇ ਬੱਚੇ ਰੁੜ ਗਏ। ਕਹੋ ਸਤਨਾਮ ਸੀ। ਸਿੱਖ ਨੇ ਬੜਾ ਜ਼ੋਰ ਲਾਇਆ ਫੜਨ ਦਾ, ਪਰ ਨਾ ਫੜੇ ਗਏ, ਉਹ ਦੋਨੇ ਬੱਚੇ ਰੁੜ ਗਏ। ਉਹ ਵਿਚਾਰਾ ਖਾਲੀ ਹੱਥ ਵਾਪਸ ਆ ਗਿਆ। ਬੀਬੀ ਕਹਿੰਦੀ ਬੱਚੇ, ਕਹਿੰਦਾ ਉਹ ਤਾਂ ਨਦੀ 'ਚ ਰੁੜ ਗਏ। ਐਂ ਕਿਵੇਂ ਰੁੜ ਗਏ? ਕਹਿੰਦੇ ਪਤਾ ਨਹੀਂ, ਕੋਈ ਛੱਲ ਆਈ ਤੇ ਝਟਕਾ ਵੱਜਿਆ ਤੇ ਰੁੜ ਕੇ ਲੈ ਗਈ ਜਵਾਕਾਂ ਨੂੰ। ਉਹ ਰੋਣ ਲੱਗੀ, ਬਰਾਕ ਕਰਨ ਲੱਗੀ। ਉਹ ਕਹਿੰਦਾ ਰੋ ਨਾ, ਆਪਾਂ ਚੱਲਦੇ ਹਾਂ ਗੁਰੂ ਸਾਹਿਬ ਕੋਲੇ। ਇਹਦਾ ਭਾਣਾ ਜਿਹੜਾ ਵਰਤ ਗਿਆ ਹੁਣ ਆਪਾਂ ਹੀ ਕਰ ਸਕਦੇ ਹਾਂ, ਮੈਂ ਕਿਹੜਾ ਕੋਈ ਜਾਣ ਕੇ ਡੋਬੇ ਆ। ਨਹਾਉਣ ਲੱਗੇ ਸੀ, ਪਾਣੀ ਦੀ ਛੱਲ ਆਈ, ਰੁੜ ਕੇ ਲੈ ਗਈ। ਉਹਨੂੰ ਚੁੱਪ ਕਰਾ ਕੇ ਸੰਭੂਲ ਕੇ ਪਾਤਸ਼ਾਹ ਕੋਲ ਅਨੰਦਪੁਰ ਸਾਹਿਬ ਪਹੁੰਚ ਗਏ। ਪਾਤਸ਼ਾਹ ਦੀ ਜਾਰ ਨਮਸਕਾਰ ਕੀਤੀ, ਮੱਥਾ ਟੇਕਿਆ। ਮਸੋਸੇ ਆ ਜਾ ਮੂੰਹ ਹੈ ਬੀਬੀ ਦਾ, ਸਿੱਖ ਦਾ ਵੀ ਉਦਾਸ ਹੈ ਚਿਹਰਾ। ਪਾਤਸ਼ਾਹ ਕਹਿੰਦੇ ਉਹ ਤੁਹਾਡੇ ਬੱਚੇ ਕਿੱਥੇ ਆ? ਉਹ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ 2 ਪੁੱਤਰ ਨਹੀਂ ਹੋਏ? ਕਹਿੰਦੇ ਜੀ ਹੋਏ ਤਾਂ ਸੀਗੇ। ਤੇ ਫੇਰ ਕਿੱਧਰ ਗਏ? ਕਹਿੰਦੇ ਜੀ ਤੁਹਾਡੇ ਕੋਲੇ ਆ ਰਹੇ ਸੀਗੇ, ਨਦੀ ਦੇ ਵਿੱਚ ਇਸ਼ਨਾਨ ਕਰਨ ਗਿਆ ਤੜਕੇ ਸਿੱਖ ਬੱਚਿਆਂ ਨੂੰ ਲੈ ਕੇ, ਤੇ ਉਹ ਦੋਨੇ ਰੁੜ ਗਏ। ਕਹਿੰਦੇ ਫਿਰ ਉਹ ਕਿਹਨੇ ਦਿੱਤੇ ਸੀਗੇ? ਜਾਨੀ ਜਾਨ ਸਾਰੀਆਂ ਗੱਲਾਂ ਜਾਣਦਾ। ਉਹ ਸਿੱਖ ਕਹਿੰਦਾ ਜੀ ਉਹ ਬੱਚਿਆਂ ਵਿੱਚ ਤਾਂ ਘਰੇ ਰੋਜ਼ ਲੜਾਈ ਰਹਿੰਦੀ ਸੀ। ਮੈਂ ਸਮਝਾਉਂਦਾ ਸੀ ਗੁਰੂ ਸਾਹਿਬ ਦਾ ਕੌਤਕ ਹੈ, ਕੋਈ ਹੁਸੈਨ ਦਿੱਤੇ ਆ, ਇਹ ਕਹੇ ਲਾਲਾਂ ਵਾਲੇ ਨੇ ਦਿੱਤੇ ਆ। ਸਾਡੀ ਤਾਂ ਇਸ ਵਿਸ਼ੇ ਤੇ ਲੜਾਈ ਹੋਣ ਲੱਗੀ ਸੀ, ਤੇ ਮੈਂ ਤਾਂ ਤਾਈਓ ਲੈ ਕੇ ਆ ਰਿਹਾ ਸੀਗਾ ਵੀ ਚੱਲ ਗੁਰੂ ਕੋਲੇ ਫੈਸਲਾ ਕਰਕੇ ਆਉਣੇ ਆ ਕਿਹਨੇ ਦਿੱਤੇ ਆ। ਕੋਈ ਸਤਨਾਮ ਸੀ। ਇਹ ਕਹੇ ਮੈਂ ਲਾਲਾਂ ਦੇ ਗਈ ਸੀ ਚੌਂਕੀ ਭਰਨ, ਉੱਥੋਂ ਮਿਲੇ ਆ। ਮੈਂ ਕਹਿੰਦਾ ਸੀ ਨਹੀਂ, ਗੁਰੂ ਸਾਹਿਬ ਦਾ ਇਹਦੇ ਵਿੱਚ ਕੋਈ ਰਮਜ ਹੈ, ਕੌਤਕ ਹੈ ਕੋਈ, ਇਹ ਉਹਨੇ ਦਿੱਤੇ ਆ। ਤੇ ਅੱਜ ਆਉਂਦੇ ਆਉਂਦੇ ਨਦੀ 'ਚ ਰੁੜ ਗਏ। ਪਾਤਸ਼ਾਹ ਆਪਣੇ ਉੱਤੇ ਵੱਡੀ ਲੋਈ ਦਿਸ਼ਾਲਾ ਲੈ ਕੇ ਐਂ ਕਰਕੇ ਨਾ ਬੁੱਕਲ ਮਾਰ ਕੇ ਬੈਠੇ ਸੀ। ਕਹੋ ਸਤਨਾਮ ਸੀ। ਤੇ ਪਾਤਸ਼ਾਹ ਕਹਿੰਦੇ ਜੇ ਹੁਣ ਮਿਲ ਜਾਣ ਫੇਰ ਕਿਹਦੇ ਹੋਏ? ਬੀਬੀ ਦੀਆਂ ਅੱਖਾਂ ਚਮਕੀਆਂ। ਹੁਣ ਤਾਂ ਆਸ ਖਤਮ ਹੋ ਗਈ ਸੀ, ਬੱਚੇ ਰੁੜ ਗਏ, ਹੁਣ ਕਿੱਥੇ ਮਿਲਣੇ ਆ? ਪਾਤਸ਼ਾਹ ਕਹਿੰਦੇ ਜੇ ਹੁਣ ਮਿਲ ਜਾਣ ਫਿਰ ਕਿਹਦੇ ਹੋਏ? ਕਹਿੰਦੇ ਜੀ ਫਿਰ ਤਾਂ ਜਿਹੜਾ ਦੇਵੀ ਉਸੇ ਦੇ ਹੋਏ। ਤੇ ਪਾਤਸ਼ਾਹ ਨੇ ਦਿਸ਼ਾਲਾ ਚੱਕਿਆ, ਕਹਿੰਦੇ ਆਹੀ ਸੀ। ਮਰ ਤੁਹਾਡੇ ਕੋਲੇ ਕਿਵੇਂ ਪਹੁੰਚ ਗਏ? ਕਹਿੰਦੇ ਮੇਰੇ ਸੀ, ਮੇਰੀਆਂ ਦੀ ਮੈਨੂੰ ਲਾਜ ਸੀ। ਜਦੋਂ ਉੱਥੋਂ ਰੁੜੇ ਸੀ ਮੈਂ ਘੋੜਾ ਭਜਾ ਕੇ ਤੇ ਅੱਗੋਂ ਜਾ ਕੇ ਫੜ ਕੇ ਲਿਆਇਆ। ਕਹੋ ਸਤਨਾਮ ਸੀ। ਮੇਰੀਆਂ ਦੀ ਮੈਨੂੰ ਲਾਜ ਸੀ, ਮੈਂ ਦਿੱਤੇ ਸੀ ਉਹ। ਮੈਂ ਤਾਂ ਕੌਤਕ ਕੀਤਾ ਸੀਗਾ, ਇੱਕ ਵੇਖਿਆ ਸੀ ਤੁਹਾਡੀ ਸ਼ਰਧਾ ਭਾਵਨਾ, ਤੇ ਤੁਸੀਂ ਉਸੇ ਗੱਲ 'ਤੇ ਖੜ ਗਏ। ਇਹ ਮੇਰੇ ਸੀਗੇ ਤਾਂ ਮੈਂ ਅੱਗੋਂ ਜਾ ਕੇ ਫੜ ਕੇ ਲਿਆਇਆ, ਚੱਕੋ ਲੈ ਲਓ। ਫਿਰ ਬੀਬੀ ਦਾ ਕਿਤੇ ਉਹ ਗੱਲ ਕਹਿਣੀ ਬੰਦ ਹੋਈ ਕਿ ਲਾਲਾ ਨੇ ਦਿੱਤੇ ਆ। ਇਹ ਸਤਿਗੁਰੂ ਪਤਾ ਨਹੀਂ, ਇਹਨਾਂ ਦੀਆਂ ਰਮਜ਼ਾਂ ਨੂੰ ਸਮਝਣਾ ਬਹੁਤ ਔਖਾ ਹੈ। ਗੁਰੂ ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਖੈਰ ਸਤਿਗੁਰੂ ਪਾਤਸ਼ਾਹ ਕਹਿੰਦੇ ਦੇ ਦੇ ਕਾਗਜ਼ ਬੀਬੀ ਨੂੰ, ਕੋਈ ਗੱਲ ਨਹੀਂ, ਹੁਣ ਸਾਥੀ ਹੋਣਗੇ। ਉਦਿਆਨ ਸ਼ਿਕਾਰ ਸਿਦਾਰੇ ਇਤੁਤ ਵਿਚਰਤ ਮ੍ਰਿਗਣ ਨਿਹਾਰੇ। ਫੇਰ ਮੇਰੇ ਪ੍ਰੀਤਮ ਜੀ ਜੰਗਲ ਦੇ ਵੱਲ ਸ਼ਿਕਾਰ ਖੇਡਣ ਚਲੇ ਗਏ ਜੀ। ਨਹੀਂ ਅਖੀਰ ਕਉ ਤੇ ਪਾਵਾ ਤਬ ਸਿੰਘਨ ਸਨ ਪ੍ਰਭੂ ਅਲਾਵਾ। ਤੇ ਕਹਿੰਦੇ ਜੰਗਲ ਦੇ ਵਿੱਚ ਵਿਚਰਦਿਆਂ ਹੋਇਆ ਅੱਜ ਸ਼ਿਕਾਰ ਨਾ ਕੋਈ ਲੋਟ ਆਇਆ, ਕੋਈ ਸ਼ਿਕਾਰ ਨਾ ਹੋਇਆ। ਤੇ ਦੁਪਹਿਰਾ ਜਾ ਹੋ ਗਿਆ, ਲੱਭਦਿਆਂ ਲੱਭਦਿਆਂ ਸ਼ਿਕਾਰ ਨਾ ਲੱਭੇ। ਤੇ ਸਤਿਗੁਰੂ ਕਹਿੰਦੇ ਚਲੋ ਦੁਪਹਿਰੇ ਆਰਾਮ ਕਰਦੇ ਆ। ਤੇ ਆਰਾਮ ਕਰਦੇ ਹੋਏ ਸਿੰਘਾਂ ਨੂੰ ਕਹਿੰਦੇ ਕੈ ਸਿੱਖ ਨੇ ਕੰਗਾ ਨਾ ਕਰਿਓ, ਜਿਸ ਤੇ ਨੇ ਸ਼ਿਕਾਰ ਕਰ ਪਰਿਓ। ਇਹਦੇ ਵਿੱਚ ਬੜਾ ਉਪਦੇਸ਼ ਹੈ ਇਸ ਗੱਲ 'ਚ। ਪਾਤਸ਼ਾਹ ਕਹਿੰਦੇ ਸਿੰਘੋ
ਤੁਹਾਡੇ ਚੋਂ ਅੱਜ ਕੋਈ ਸਿੰਘ ਜਿਹੜਾ ਹੈ ਉਹ ਸਵੇਰੇ ਸਿਰ ਕੰਘਾ ਕਰਕੇ ਨਹੀਂ ਆਇਆ, ਉਵੇਂ ਹੀ ਦਸਤਾਰ ਲਪੇਟ ਲਈ ਬਿਨਾਂ ਬਾਲ ਵਾਹੇ ਤੋਂ, ਬਿਨਾਂ ਕੇਸ ਵਾਹੇ ਤੋਂ। ਕਿਹੜਾ ਹੈ? ਖੜਾ ਹੋ ਜਾਓ। ਤਾਂ ਸੁਣਿਓ ਸਭਨ ਇੱਕ ਨੇ ਕਹਿ ਦੀਨਾ, ਮੈਂ ਕੰਗਾ ਕੇਸਨ ਨਹੀਂ ਕੀਨਾ। ਇੱਕ ਉੱਠਿਆ, ਮਹਾਰਾਜ ਜੀ ਮੈਥੋਂ ਗਲਤੀ ਹੋ ਗਈ, ਅੱਜ ਮੈਂ ਕੰਘਾ ਨਹੀਂ ਕੀਤਾ ਕੇਸਾਂ ਵਿੱਚ। ਹੁਕਮ ਕਰਿਓ ਅਬ ਪੀ ਕਰ ਲੀਜੈ, ਤੂਰਨ ਬਨੋ ਸੁਚੇਤ ਮਲੀਜੈ। ਬਾਬਾ ਜੀ ਕਹਿੰਦੇ ਫਿਰ ਸੁਚੇਤ ਹੋਣਾ ਚਾਹੀਦਾ, ਕਿਉਂ ਨਹੀਂ ਕੀਤਾ? ਕਹਿੰਦੇ ਜੀ ਤੁਸੀਂ ਇੱਕਦਮ ਹੁਕਮ ਦੇਤਾ ਸ਼ਿਕਾਰ ਤੇ ਚੱਲਣਾ, ਮੈਂ ਲੇਟ ਹੋ ਗਿਆ ਤੇ ਮੈਂ ਭੱਜੇ ਜਾਂਦੇ ਨੇ ਪੱਗ ਬੰਨੀ ਸਿਰ ਤੇ। ਕੋ ਸਤਨਾਮ। ਵੈਸੇ ਚ ਉਪਦੇਸ਼ ਹੈ, ਜਦੋਂ ਘਰੋਂ ਕਿਸੇ ਪਾਸੇ ਜਾਈਏ ਨਾ, ਤਿਆਰ ਪਰ ਤਿਆਰ ਹੋ ਕੇ ਕੇਸ ਵਾਹ ਕੇ ਦਸਤਾਰ ਬੰਨ੍ਹ ਕੇ ਫਿਰ ਅਰਦਾਸ ਕਰਕੇ ਤੁਰੀਏ ਤੇ ਕਾਰਜ ਫਤਿਹ ਹੋ ਜਾਂਦਾ। ਕੋ ਸਤਨਾਮ। ਇਹ ਉਪਦੇਸ਼ ਹੈ ਇਹਦੇ ਵਿੱਚ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਚੱਲ ਕੰਘਾ ਕੇਸਾਂ ਵਿੱਚ ਹੁੰਦਾ ਹੀ ਆ, ਚੱਲ ਕੇਸ ਕੰਘਾ ਕਰ, ਦੁਬਾਰਾ ਦਸਤਾਰ ਬੰਨ। ਤਤ ਚਿਨ ਤਿਨ ਸੁਨ ਕੇ ਕਰ ਲੀਨਾ, ਸੰਗ ਮਿਲਾਏ ਪਿਆਨੋ ਕੀਨਾ। ਉਸੇ ਵੇਲੇ ਸਿੰਘ ਨੇ ਫਿਰ ਉੱਥੇ ਹੀ ਦੁਪਹਿਰਾ ਜਿੱਥੇ ਕਟਿਆ ਉੱਥੇ ਖੜ ਕੇ ਹੀ ਫਿਰ ਦਸਤਾਰ ਲਾਹੀ, ਕੰਘਾ ਕੇਸਾਂ ਵਿੱਚ ਕੀਤਾ, ਦੁਬਾਰਾ ਦਸਤਾਰ ਸਜਾਈ ਤੇ ਫਿਰ ਚੱਲੇ ਆ। ਉਹਨੋ ਧਿਆਨ ਵਿਖੇ ਜਬ ਫਿਰੇ, ਪਿਕ ਸ਼ਿਕਾਰ ਕੋ ਮਾਰਨ ਕਰੇ। ਤੇ ਕਹਿੰਦੇ ਜਦੋਂ ਫੇਰ ਜੰਗਲ ਵਿੱਚ ਬੜੇ ਸ਼ਿਕਾਰ ਖੇਡਣ ਲਈ ਫਿਰ ਸ਼ਿਕਾਰ ਮਿਲ ਗਿਆ, ਸ਼ਿਕਾਰ ਕੀਤਾ ਹੈ। ਅਤੇ ਪ੍ਰਭੂ ਸਭ ਕੋ ਸਮਝਾਇਓ, ਸਿੰਘਨ ਕੋ ਐਸੇ ਬਣਾਇਓ। ਤਾਂ ਸਤਿਗੁਰੂ ਪਾਤਸ਼ਾਹ ਇੱਥੇ ਫਿਰ ਮੁੜਦੇ ਹੋਏ ਸਿੱਖਾਂ ਨੂੰ ਉਪਦੇਸ਼ ਦਿੰਦੇ ਆ, ਸਿੱਖੋ ਸਾਨੂੰ ਹਮੇਸ਼ਾ ਅਲਰਟ ਰਹਿਣਾ ਚਾਹੀਦਾ ਹੈ। ਪਾਤਸ਼ਾਹ ਜੀ ਦਾ ਬਚਨ ਹੈ ਨਾ, 52 ਸ਼ਬਦਾਂ ਦੇ ਵਿੱਚ, 52 ਹੁਕਮਾਂ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਕੰਘਾ ਦੋਏ ਵਕਤ ਕਰ ਪਾਗ, ਚੁਣੇ ਕਰ ਬਾਂਧਈ। 2 ਟਾਈਮ, ਤੜਕੇ ਜੇ ਪੱਗ ਬੰਨੀ ਹੈ ਤੇ ਦੁਪਹਿਰੇ ਉਸ ਨੂੰ ਲਾਹ ਦਿਓ ਤੇ ਫਿਰ ਉਸ ਨੂੰ ਦੁਬਾਰੇ ਸ਼ਾਮਾਂ ਨੂੰ ਫਿਰ ਸਵਾਰਾ ਸਜਾ ਕਰਕੇ ਦਸਤਾਰ ਨੂੰ ਸਜਾਓ ਕੇਸ ਕੰਘਾ ਕਰਕੇ। ਤਾਂ ਕੰਘਾ ਦੋਏ ਵਕਤ ਕਰ ਪਾਗ, ਚੁਣੇ ਕਰ ਬਾਂਧਈ। ਪੱਗ ਨੂੰ ਦਸਤਾਰ ਨੂੰ ਹਮੇਸ਼ਾ ਪਿਆਰ ਦੇ ਨਾਲ ਸਜਾ ਕੇ ਬੰਨਿਆ ਕਰੋ, 2 ਟਾਈਮ ਕੰਘਾ ਕਰਿਆ ਕਰੋ। ਸਿੱਖ ਨੇ ਇਸ ਨੇਮ ਤੋਂ ਅਚੇਤ ਨਹੀਂ ਹੋਣਾ, ਸੁਚੇਤ ਰਹਿਣਾ ਹੈ। ਹੋਏ ਸੁਚੇਤ ਸਕਲ ਪ੍ਰਕਾਰੇ, ਚੜਨ ਸਮੇਂ ਅਰਦਾਸ ਉਚਾਰੇ। ਚੜ੍ਹਨ ਸਮੇਂ ਭਾਵ ਕਿਸੇ ਕੰਮ ਵੱਲ ਜਾਣ ਵੇਲੇ, ਕਿਤੇ ਵੀ ਜਾਣ ਵੇਲੇ ਸੁਚੇਤ ਹੋ ਕੇ, ਤਿਆਰ ਹੋ ਕੇ ਤੇ ਫਿਰ ਅਰਦਾਸਾਂ ਕਰਕੇ ਤੁਰੇ। ਕਾਰਜ ਸਰਬ ਸਿਧ ਹੋਏ ਜਾਤੇ, ਨੈ ਦੋਨੋਂ ਬਿਨ ਕਹੂੰ ਪਿਆਤੇ। ਇਹ 2 ਕੰਮ ਕਰੇ ਬਿਨਾ ਮੇਰੇ ਸਿੱਖ ਨੇ ਕਿਧਰੇ ਨਹੀਂ ਜਾਣਾ। ਇਹ 2 ਕੰਮ ਕਰੇ ਬਿਨਾ ਕਾਰਜ ਨਹੀਂ ਬਣਨਾ। ਸੁਣ ਕੇ ਸਿੱਖ ਸਭਨ ਹੋ ਮਾਨੀ, ਜਥਾ ਆਪ ਸ਼੍ਰੀ ਬਦਨ ਬਖਾਨੀ। ਇਹ ਬਚਨ ਸੁਣ ਕਰਕੇ ਸਾਰੇ ਸਿੰਘ ਤੇ ਸਿੱਖ ਜਿਹੜੇ ਨਾਲ ਸਨ ਕਹਿੰਦੇ ਜੀ 7 ਬਚਨ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਾਂਗੇ। ਆਏ ਬਿਰਾਜੇ ਸਤਿਗੁਰ ਡੇਰੇ, ਨਿਸਾ ਬਿਤਾਏ ਸਥੀਰੇ ਸਵੇਰੇ। ਔਰ ਇਸ ਤਰ੍ਹਾਂ ਸ਼ਾਮਾਂ ਹੋ ਗਈਆਂ, ਸਤਿਗੁਰੂ ਜੰਗਲ ਵਿੱਚੋਂ ਵਾਪਸ ਆ ਗਏ ਔਰ ਆਰਾਮ ਕਰਦੇ ਆ। ਪ੍ਰਸ਼ਾਦਾ ਪਾਣੀ ਸ਼ਾਮਾਂ ਦਾ ਤਿਆਰ ਹੋਇਆ, ਸਭ ਨੇ ਲੰਗਰ ਛਕਿਆ, ਦੂਜਾ ਦਿਨ ਚੜਿਆ ਜੀ। ਬੈਠਿਓ ਨਿਕਟ ਖਾਲਸਾ ਆਏ, ਦਰਸੇ ਸੰਗਤ ਫਲ ਕੋ ਪਾਏ। ਸਾਰੇ ਤਿਆਰ ਪਰ ਤਿਆਰ ਹੋ ਕੇ ਦੀਵਾਨ ਵਿੱਚ ਆ ਗਏ। ਗੁਰੂ ਪਾਤਸ਼ਾਹ ਜੀ ਵੀ ਆ ਕੇ ਦਰਸ਼ਨ ਦੇਣ ਲੱਗੇ। ਅਗਲੇ ਦਿਨ ਕੀ ਕੌਤਕ ਹੋਇਆ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व मैं गुणतास, हे संगी हे निरंकार हे निर्गुण सब टेक, हे गोविंद हे गुण निधान, जाके सदा बबेक, हे अपरंपर हर हरे, हो बनहार, हे संत कै सदा संग, दारा आधार, हे ठाकुर हों दासरो, मैं निर्गुण गुण नहीं कोए, नानक दीजै नाम दान, राखो ये परोए, आए प्रभ शरनागति, कृपा नित दयाल, एक अखर हर मन बसत, नानक होत निहाल, एक ओंकारा सतगुरु, तेह प्रसाद सच होए, वाहिगुरु जी की फतेह विघ्न है, विनाशन सोए, वाहिगुरु जी की फतेह विघ्न है। विनाशन सोए। वाहिगुरु जी का खालसा।
ਖਾਲਸਾ ਵਾਹਿਗੁਰੂ ਜੀ ਕੀ ਫਤਿਹ।